ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀਓ ਦੋਹਰਾ ਕੇਤਿਕ ਦਿਨ ਬੀਤੇ ਜਬ ਹੈ ਗੁਰ ਦਰਸ਼ਨ ਨਹਿ ਕੀਨਾ ਜੋ ਨਿਤ ਪ੍ਰਤ ਨਿਕਟੀ ਰਹੈ ਹੋਏ ਪ੍ਰੇਮ ਆਦੀਨ ਕੇਤਿਕ ਦਿਨ ਬੀਤੇ ਜਬ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग गुरु खालसा साध संगत जी अमृत वेले दीवान गुरु महाराज के चरण शरण विच शरदा सत्कार नाल सजिया होया है। आप सिख संगतां गुरु महाराज चरण शरण विच संगत रूप विच सज के लाहे ले रहे हो। तुरकी बाणी दा संगीत दे निजमां विच कीर्तन हो रहा सी, आप सरवण कर रहे सी। कीर्तन तो उपरंत हमेशा ही आप सतगुरु साहब जी का इतिहास पढ़ सुन के लाहा लेने हाँ। इतिहास जिहड़ा है कुछ दिन तो गुरु अंगद साहब महाराज जी का लड़ीवार रूप विच ही प्रारंभ होया हुआ है। कल के इतिहास विच जिस तरह गुरु अमरदास साहब जी के चरणों नूं हड्डी छो के सेवा ते सिमरती बरकत नाल जिहड़ी ये जीव की हड्डी सी जो अगे नरकां विचों जीव दुख भोग रहा सी, वो ऐसी कला वरती वो नरकां विचों निकल के सतगुरु की जय जयकार करदा होया उपरले लोकां नूं चलिया गया है। नाल जिहड़े गुरु के सिख अमरदास साहब जी भी आ रहे सन ते गुरु अंगद साहब जी दे कोल गल कीती कि महाराज इस तरह कौतक होया है, इन्हां नूं कोई पता नहीं है। पिछले पैरी ये चल रहे सन, रस्ते किसी मनुख की हड्डी पाई सी, इहदे चरनां नूं छो गई। महाराज इस तरह इन्हां दी जय जयकार करदा दोग लोक नूं चलिया गया साडे सामने। गुरु अंगद साहब जी ने सुन के ख्याल किया है कि इन्होंने जिहड़ी महान कलना सेवा की है उहदे करके महान शक्ति हासिल है। दूसरा पहले ही इन्होंने चरण विच कवल दी रेखा है, वो तो अवतारी पुरुष ही दे हुंदे जां चक्रवर्ती दे पातशाह दे हुंदी है। इस करके महान तो महान हैं। इधर गुरु नानक साहब जी का जिहड़ा घर है अजर शक्तियों नूं जर के रखना, गुप्त करके रखना, दिखाना नहीं है। ठीक है भी जी जनाना चाहते पर अचनचेत घटना वापर गई है। अगे भी ऐसा हो सकता है। इस करके फिर गुरु अंगद साहब महाराज ने कहा भी तुसीं नहीं हुण साडे कोल आना है, असी जदों भी याद करया करांगे आपे चल के इत्थे गोइंदवाल साहिब के आ जाया करांगे। इस तरह का प्रसंग आप सिख संगतां ने बड़े प्रेम प्यार नाल कल दे दीवान विच सरवण कीता सी। जिवें अगे आ रहा प्रसंग मन चित ला के सुनिए जी। कੇਤਿਕ दिन बीते जब है इस तरह जदों कुछ क दिन लंघे हान गुर दर्शन नह कीना। गुरु अंगद साहब महाराज जी ने रोक दिता सी भी तुसीं नहीं आउणा है श्री गोइंदवाल साहब तो। जदों तुहाडा जी करया करेगा असीं आप ही इत्थे श्री गोइंदवाल साहब आके दर्शन दे जाया करांगे, बचन कर जाया करांगे। इस करके जदों
ਗੁਰੂ ਅੰਗਦ ਸਾਹਿਬ ਦੇ ਦਰਸ਼ਨ ਨਹੀਂ ਕੀਤੇ। ਗੁਰੂ ਅਮਰਦਾਸ ਸਾਹਿਬ ਜੀ ਨੇ ਬਿਨਾਂ ਦਰਸ਼ਨ ਕੀਤਿਆਂ ਕਾਫੀ ਦਿਨ ਲੰਘ ਗਏ ਹਨ। ਜੋ ਨਿਤ ਪ੍ਰਤ ਨਿਕਟੀ ਗੁਰੂ ਰਹੈ। ਅਮਰਦਾਸ ਸਾਹਿਬ ਜੀ ਹਮੇਸ਼ਾ ਗੁਰੂ ਅੰਗਦ ਸਾਹਿਬ ਜੀ ਨੇੜੇ ਰਹਿੰਦੇ ਸੀ, ਪਾਸ ਹਜ਼ੂਰੀ ਵਿੱਚ ਹੀ ਰਹਿੰਦੇ ਸਨ। ਹੋਏ ਪ੍ਰੇਮ ਆਦੀਨ। ਅੱਜ ਦਰਸ਼ਨ ਕੀਤੇ ਤੋਂ ਬਗੈਰ ਬੜੇ ਪ੍ਰੇਮ ਦੇ ਬਸ ਹੋ ਰਹੇ ਹਨ। ਚੌਪਈ ਤਿੰਨ ਕੋ ਬਿਨ ਦੇਖੇ ਦਿਨ ਬੀਤੇ। ਆਓ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਤੋਂ ਬਗੈਰ, ਤੱਕੇ ਤੋਂ ਬਗੈਰ ਗੁਰੂ ਅਮਰਦਾਸ ਜੀ ਦੇ ਦਿਨ ਬੀਤੇ ਹਨ। ਕੁਤੋ ਸ਼ਾਂਤ ਕਰ ਚੀਤ ਪ੍ਰਤੀਤੇ। ਇਸ ਕਰਕੇ ਚਿੱਤ ਵਿੱਚ ਸ਼ਾਂਤੀ ਕਰਕੇ ਪ੍ਰਤੀਤ ਕਿਵੇਂ ਹੋਵੇ, ਭਾਵ ਜਿਹੜਾ ਚਿੱਤ ਵਿੱਚ ਸ਼ਾਂਤੀ ਪ੍ਰਾਪਤ ਕਰਕੇ ਕਿਵੇਂ ਪ੍ਰਤੀਤੀ ਆਵੇ, ਕਿਵੇਂ ਯਕੀਨ ਆਵੇ। ਤਰਫਤ ਰਾਤ ਨੀਂਦ ਨਹਿ ਆਵੇ। ਇਸ ਕਰਕੇ ਕਹਿੰਦੇ ਤੜਫਦਿਆਂ ਹੋਇਆਂ ਦਰਸ਼ਨ ਕੀਤੇ ਤੋਂ ਬਗੈਰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਦਿਨ ਮਹਿ ਰੁਚ ਕਰ ਅਸਨ ਨਾ ਪਾਵੇ। ਦਿਨ ਦੇ ਸਮੇਂ ਬੜੀ ਰੁਚੀ ਨਾਲ, ਕੋਈ ਚਾਹਨਾ ਨਾਲ ਜੋ ਚੰਗਾ ਭੋਜਨ ਬਣਿਆ ਉਹ ਵੀ ਪਾਉਂਦੇ ਨਹੀਂ ਸਕਦੇ ਨਹੀਂ ਹਨ। ਖਾਨ ਪਾਨ ਸੋ ਨਹੀਂ ਸਨੇਹੂ। ਹੋਰ ਜਿਹੜਾ ਕੋਈ ਤਰ੍ਹਾਂ ਦਾ ਪਦਾਰਥਾਂ ਦਾ ਖਾਣਾ ਪੀਣਾ ਉਹਦੇ ਨਾਲ ਕੋਈ ਆਪ ਜੀ ਦਾ ਮੋਹ ਨਹੀਂ ਹੈ। ਪਦ ਅਰਬਿੰਦਨ ਪ੍ਰੇਮ ਅਛੇਹੂ। ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਕਮਲਾਂ ਦੇ ਪ੍ਰੇਮ ਦਾ ਜਿਹੜਾ ਪ੍ਰੇਮ ਹੈ ਉਹ ਇੱਕ ਰਸ ਹੈ। ਸਭ ਸੋ ਉਦਾਸੀਨ ਰਹਿ ਬੈਸੇ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਲਈ ਬਰਾਗ ਵਿੱਚ ਸਾਰੇ ਪਾਸਿਆਂ ਤੋਂ ਉਪਰਾਮ ਹੋ ਕੇ ਬੈਠੇ ਰਹਿੰਦੇ ਹਨ। ਨਹਿ ਰੁਚ ਬੋਲਨ ਸੁਨਹਿ ਨਾ ਕੈਸੇ। ਬੋਲਣ ਦੀ ਰੁਚੀ ਨਹੀਂ ਹੁੰਦੀ, ਜੀ ਨਹੀਂ ਕਰਦਾ ਹੈ। ਇਸੇ ਤਰ੍ਹਾਂ ਕਿਸੇ ਦੇ ਵਚਨ ਵੀ ਸੁਣਨੇ ਚੰਗੇ ਨਹੀਂ ਲੱਗਦੇ ਹਨ। ਮਨ ਸਿਮਰਨ ਕਰੋ ਹਕਾਰਨ। ਬੈਠੇ ਬੈਠੇ ਬਰਾਗ ਵਿੱਚ ਵਿਚਾਰਾਂ ਕਰਦੇ ਹਨ ਵੀ ਜੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਮਨ ਕਰਕੇ ਮੈਂ ਇੱਥੇ ਬੁਲਾ ਲਵਾਂ, ਸੱਦ ਲਵਾਂ। ਨਿਸਚੇ ਆਵੇਂਗੇ ਮਮ ਕਾਰਨ। ਮੇਰੇ ਕਾਰਨ ਕਰਕੇ, ਮੈਨੂੰ ਦਰਸ਼ਨ ਦੇਣ ਕਰਕੇ ਜ਼ਰੂਰ ਨਿਸ਼ਚੇ ਪੂਰੇ ਭਰੋਸੇ ਵਾਲੀ ਗੱਲ ਹੈ ਵੀ ਜ਼ਰੂਰ ਆ ਜਾਣਗੇ ਗੁਰੂ ਅੰਗਦ ਸਾਹਿਬ ਜੀ। ਤੋ ਤਿੰਨ ਕੋ ਸ਼ਰਮ ਮਗ ਹੋਏ। ਜਦੋਂ ਕਹਿੰਦੇ ਮੈਨੂੰ ਦਰਸ਼ਨ ਦੇਣ ਲਈ ਖਡੂਰ ਸਾਹਿਬ ਤੋਂ ਚੱਲ ਕੇ ਸ੍ਰੀ ਗੋਇੰਦਵਾਲ ਸਾਹਿਬ ਪਹੁੰਚਣਗੇ ਤਾਂ ਰਸਤੇ ਵਿੱਚ ਆਉਂਦਿਆਂ ਉਹਨਾਂ ਨੂੰ ਕਾਫੀ ਥਕਾਵਟ ਹੋਵੇਗੀ, ਖੇਚੜ ਹੋਵੇਗੀ। ਇਹੋ ਮੇਰੇ ਚਿੱਤ ਰੁਝੈ ਨਾ ਕੋਈ। ਇਸ ਤਰ੍ਹਾਂ ਸਾਡਾ ਜਿਹੜਾ ਚਿੱਤ ਚਾਹੁੰਦਾ ਹੀ ਨਹੀਂ ਹੈ ਕੋਈ ਵੀ ਗੁਰੂ ਮਹਾਰਾਜ ਨੂੰ ਖੇਚੜ ਹੋਵੇ ਸਾਡੇ ਦਰਸ਼ਨ ਕਰਨ ਲਈ। ਦਰਸ਼ਨ ਬਿਨਾ ਸਾਤ ਕਿਮ ਧਾਰੈ। ਹੁਣ ਮਹਾਰਾਜ ਦੇ ਦਰਸ਼ਨ ਹੁੰਦੇ ਕਿਵੇਂ ਅਸੀਂ ਸ਼ਾਂਤੀ ਧਾਰੀਏ। ਇਮ ਅਸਮੰਜਨ ਹਿਰਦੈ ਵਿਚਾਰੈ। ਇਸ ਤਰ੍ਹਾਂ ਆਪਣੇ ਹਿਰਦੇ ਵਿੱਚ ਅਣਬਣਾ ਜੀ ਗੱਲ ਹੀ ਵਿਚਾਰਦੇ ਆ ਵੀ ਜੇ ਸੱਦਦੇ ਆ ਮਹਾਰਾਜ ਨੂੰ ਰਸਤੇ ਵਿੱਚ ਆਉਂਦਿਆਂ ਖੇਚੜ ਹੋਊਗੀ, ਜੇ ਨਹੀਂ ਸੱਦਦੇ ਹਾਂ ਤੇ ਦਰਸ਼ਨ ਕੀਤੇ ਬਗੈਰ ਚੈਨ ਨਹੀਂ ਆਉਂਦੀ, ਸ਼ਾਂਤ ਨਹੀਂ ਮਨ ਹੁੰਦਾ ਹੈ। ਜਾਏ ਖਡੂਰ ਨਿਹਾਰਨ ਕਰ ਹਾਂ। ਇਸ ਤਰ੍ਹਾਂ ਖਿਆਲ ਕਰਦੇ ਆ ਵੀ ਖਡੂਰ ਸਾਹਿਬ ਜਾ ਕੇ ਗੁਰੂ ਅੰਗਦ ਸਾਹਿਬ ਨੂੰ ਮੈਂ ਦੇਖ ਲਾਂ, ਉਹਨਾਂ ਦੇ ਦਰਸ਼ਨ ਕਰ ਲਵਾਂ। ਹੁਕਮ ਮਿਟ ਹੈ ਅਪਰਾਧ ਵਿਚਾਰੇ ਹਾਂ। ਇਹ ਕਹਿੰਦੇ ਵੀ ਗੁਰੂ ਅੰਗਦ ਸਾਹਿਬ ਜੀ ਨੇ ਹੁਕਮ ਕੀਤਾ ਵੀ ਪੁਰਖਾ ਤੋਂ ਨਹੀਂ ਆਉਣਾ ਹੈ, ਸ੍ਰੀ ਖਡੂਰ ਸਾਹਿਬ ਅਸੀਂ ਆਪ ਚੱਲ ਕੇ ਆਇਆ ਕਰਾਂਗੇ। ਫਿਰ ਇਸ ਕਰਕੇ ਬੜਾ ਭਾਰੀ ਮੈਂ ਵਿਚਾਰਦਾ ਵੀ ਗੁਨਾਹ ਹੋ ਜਾਵੇ, ਔਗਣ ਹੋ ਜਾਏਗਾ। ਮਨ ਮਹਿ ਅਨਗਿਨ ਠਾਨਹਿ ਗਿਣਤੀ। ਆਪਣੇ ਮਨ ਦੇ ਵਿੱਚ ਅਣਗਿਣਤੀ ਅਨੇਕ ਤਰ੍ਹਾਂ ਦੀਆਂ ਗਿਣਤੀਆਂ ਵਿਚਾਰਾਂ ਵਿਚਾਰਦੇ ਹਨ। ਇਸ ਦਿਨ ਭਨ ਹੈ ਦੀਨ ਬਨ ਬਿਨਤੀ। ਰਾਤ ਦਿਨ ਕਹਿੰਦੇ ਬਹੁਤ ਆਜ ਨਿਮਾਣੇ ਬਣ ਕੇ ਬੇਨਤੀਆਂ ਕਰ ਰਹੇ, ਕਹਿ ਰਹੇ ਹਨ। ਚਿੱਤ ਚਟਪਟੀ ਲਗਤ ਅਧਿਕਾਈ। ਆਪਣੇ ਚਿੱਤ ਵਿੱਚ ਸਤਿਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਬਗੈਰ ਬੜੀ ਭਾਰੀ ਕਹਿੰਦੇ
खटपटी लग रही है, बेचैनी लग रही है, बेचैनी हो रही है। करो कहाँ कुछ करी ना जाए। अपने मन ही मन विच कह रहे हन भी की करिए, कोई गल कीती नहीं जा सकदी है। उत श्री अंगद जग गुरु स्वामी। उधर जो गुरु अंगद साहिब महाराज सारे संसार दे जगत गुरु हन। दास हृदय लख अंतर जामी। अंतर जामी सन गुरु अमरदास साहिब दे सेवक दे हृदय नहीं जान ले। संचोग को जा कर रहे हैं, जिस करके सानू बुला नहीं रहे हैं। जे बुलावांगे ते महाराज आउणगे, आउंदियां रस्ते विच खेचड़ होएगी, थकावट होएगी। असमंजन मह सेवक परियो। गुरु साहिब महाराज ने जान लिया भी जड़ा साडा महान सेवक अमरदास साहिब बड़ी असमंजस अटपटी विच बेचैनी विच पै गया है। अपनो बिरद संभारन करियो। इस करके गुरु अंगद साहिब ने अपना जिहड़ा बिरद है, पढ़ना निजम है, सुभाव नूं संभालन कीता भी जदों जिथे कोई चेते करे उत्थे असीं जावांगे, साडा सुभाव है। ते अपना परण महाराज नाल कीता सी, जदों याद करोगे असीं आपे ही आया करांगे, ਉਹ संभालिया है। जिम चात्रिक की प्यास विचार। दृष्टांत दिंदे है जिवें जिहड़ा पपीहा हुंदा है, ਉਹਦੀ ਜਿਹੜੀ ਪਿਆਸ है ਉਹਨੂੰ ਵਿਚਾਰ ਕਰਕੇ सोच के जल तर धाव है करना धार। ਜਿਹੜਾ ਬੱਦਲ ਹੈ ਆਪ ਹੀ ਕਿਰਪਾ ਧਾਰ ਕੇ ਕਹਿੰਦੇ ਉਹ ਦੌੜ ਕੇ ਆਉਂਦਾ, ਆਕਾਸ਼ ਵਿੱਚ ਆ ਜਾਂਦਾ ਹੈ ਗਜਦਾ ਹੋਇਆ। ਗੂਜ ਪ੍ਰੇਮ ਨਿਜ ਬਚਨ ਸਮਾਲਾ। ਇਸੇ ਤਰ੍ਹਾਂ ਪ੍ਰੇਮ ਸਮਝ ਕੇ ਆਪਣਾ ਜੋ ਬਚਨ ਕੀਤਾ ਸੀ ਗੁਰੂ ਅੰਗਦ ਸਾਹਿਬ ਨੂੰ, ਉਹਨੂੰ ਸੰਭਾਲਿਆ ਹੈ ਕਿ ਅਸੀਂ ਆਪੇ ਆਇਆ ਕਰਾਂਗੇ, ਤੁਸੀਂ ਨਹੀਂ ਆਉਣਾ ਹੈ। ਉੱਠ ਕਰ ਗਮਨੇ ਦਿਆਲ ਵਿਸਾਲਾ। ਬਹੁਤ ਦਿਆਲੂ ਕਿਰਪਾਲੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਹੈ। ਸ੍ਰੀ ਗੋਇੰਦਵਾਲ ਸਾਹਿਬ ਤੋਂ ਉੱਠ ਕੇ ਚੱਲ ਪਏ ਗੋਇੰਦਵਾਲ ਸਾਹਿਬ ਨੂੰ। ਰਹਿਓ ਨਿਕਟ ਜਬ ਗੋਇੰਦਵਾਲੂ। ਜਦੋਂ ਦੇਖਿਆ ਵੀ ਸ੍ਰੀ ਗੋਇੰਦਵਾਲ ਸਾਹਿਬ ਬਹੁਤ ਨੇੜੇ ਰਹਿ ਗਿਆ ਹੈ, ਆਈ ਗਏ ਹਾਂ। ਲੱਖ ਸ੍ਰੀ ਅਮਰ ਉੱਠੇ ਤਤਕਾਲੂ। ਇਧਰ ਅਮਰਦਾਸ ਸਾਹਿਬ ਜੀ ਚੌਕੜਾ ਮਾਰੀ ਬੈਠੇ ਸਨ, ਜਾਣ ਗਏ ਹਨ ਤੇ ਜਾਣ ਕੇ ਬੜੀ ਛੇਤੀ ਉੱਠ ਖੜੋਤੇ ਹਨ। ਹਿਤ ਸਨਮਾਨ ਅਗਾਰੀ ਗਏ। ਅੰਗਦ ਸਾਹਿਬ ਮਹਾਰਾਜ ਦਾ ਸਨਮਾਨ ਸਤਿਕਾਰ ਕਰਨ ਵਾਸਤੇ ਅੱਗੋਂ ਚੱਲ ਕੇ ਗਏ ਹਨ। ਮਨੋਂ ਪ੍ਰੇਮ ਧਰ ਮੂਰਤ ਧਏ। ਮਨੋਂ ਕਹਿੰਦੇ ਜਿਹੜਾ ਪ੍ਰੇਮ ਹੈ ਉਹ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਕਲ ਸੂਰਤ ਧਾਰਨ ਕਰਕੇ ਦੌੜ ਰਿਹਾ ਹੈ। ਦੇਖ ਦੂਰ ਤੇ ਦ੍ਰਿਗ ਜਲ ਛਾਏ। ਹਾਂ, ਦੂਰੋਂ ਹੀ ਦੇਖ ਕਰਕੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਦਿਦਾਰ, ਗੁਰੂ ਅਮਰਦਾਸ ਸਾਹਿਬ ਜੀ ਦੇ ਨੇਤਰਾਂ ਵਿੱਚ ਜਲ ਛਾਇਆ, ਜਲ ਭਰਿਆ ਆਇਆ ਹੈ। ਧਾਏ ਪਰੇ ਚਰਨਨ ਲਪਟਾਏ। ਬਹੁਤ ਹੀ ਦੌੜਦੇ ਹੋਏ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਲੱਗ ਗਏ, ਚਿੰਬੜ ਗਏ ਹਨ। ਪਕੜ ਪੁਜਾਗਰ ਸੰਗ ਲਗਾਏ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਬਾਹਾਂ ਤੋਂ ਪਕੜ ਕਰਕੇ ਆਪਣੇ ਗਲ ਨਾਲ ਲਗਾ ਲਿਆ ਗੁਰੂ ਅਮਰਦਾਸ ਸਾਹਿਬ ਜੀ। ਦੋਹ ਦਿਸ ਪ੍ਰੇਮ ਅਧਿਕ ਉਮਗਾਇਵ। ਹਾਂ, ਦੋਹਾਂ ਤਰਫਾਂ ਤੋਂ ਬੜਾ ਭਾਰੀ ਜਿਹੜਾ ਪ੍ਰੇਮ ਉਛੜ ਆਇਆ ਹੈ। ਕਰ ਸੋ ਕਰ ਗਹਿ ਕਰ ਪੁੰਨ ਚੱਲੇ। ਫਿਰ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਹੱਥ ਹੈ ਆਪਣੇ ਹੱਥ ਵਿੱਚ ਫੜ ਕੇ ਚੱਲੇ ਹਨ। ਗਿਆਨ ਵਿਰਾਗ ਮਨੋ ਦੋ ਮਿਲੇ। ਇਹ ਦ੍ਰਿਸ਼ਟਾਂਤ ਦਿੰਦੇ ਹੈ ਮਾਨੋ ਜਿਹੜਾ ਗਿਆਨ ਤੇ ਵਿਰਾਗ ਦੋਵੇਂ ਮਿਲ ਕੇ ਚੱਲ ਰਹੇ ਹਨ। ਗਿਆਨ ਸਰੂਪ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਹਨ ਤੇ ਵਿਰਾਗ ਰੂਪ ਗੁਰੂ ਅਮਰਦਾਸ ਸਾਹਿਬ ਜੀ ਹਨ। ਪੁਰ ਮਹਿ ਨਹੀਂ ਪਰਵੇਸ਼ਨ ਕੀਨਸ। ਆਪ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪ੍ਰਵੇਸ਼ ਨਹੀਂ ਕੀਤਾ, ਗੋਇੰਦਵਾਲ ਵਿੱਚ ਨਹੀਂ ਵੜੇ ਹਨ। ਸਲਤਾ ਕੂਲ ਲਲਿਤ ਕੋ ਦੀਨਸ। ਜਿਹੜਾ ਪਿਆਸਾ ਨਦੀ ਦਾ ਕਿਨਾਰਾ ਹੈ ਉਹ ਸੋਹਣਾ ਜਾਣਿਆ ਹੈ। ਜਹਾਂ ਬਿਹੰਗਨ ਕੇ ਸ਼ੁਭ ਜੋਟੇ। ਪਿਆਸਾ ਨਦੀ ਕਿਨਾਰੇ ਉੱਪਰ
ਉੱਪਰ ਤਰ੍ਹਾਂ ਤਰ੍ਹਾਂ ਦੇ ਪੰਛੀਆਂ ਦੇ ਜੋੜੇ ਹਨ। ਬੋਲਤ ਆਪਸ ਮੈਂ ਸੁਰ ਛੋਟੇ। ਹਾਂ, ਛੋਟੀ ਜੀ ਆਵਾਜ਼ ਵਿੱਚ, ਮਿੱਠੀ ਮਿੱਠੀ ਆਵਾਜ਼ ਵਿੱਚ ਉਹ ਬੋਲਦੇ ਤਰ੍ਹਾਂ ਤਰ੍ਹਾਂ ਦੇ ਪੰਛੀਆਂ ਦੇ ਜੋੜੇ। ਚਲਤ ਪ੍ਰਵਾਹ ਬਿਲਮ ਜਲ ਜਾਲਾ। ਹਾਂ, ਬਿਆਸਾ ਨਦੀ ਦਾ ਪ੍ਰਵਾਹ ਬੜਾ ਕਹਿੰਦੇ ਉੱਜਲ ਜਲ ਵਾਲਾ ਚੱਲ ਰਿਹਾ ਹੈ। ਮੱਛ ਕੱਛ ਉਛਰਤ ਸਵੱਛ ਵਿਸਾਲਾ। ਹਾਂ, ਜੇ ਸਵੱਛ ਉੱਜਲ ਜਲ ਦੇ ਵਿੱਚੋਂ ਮੱਛ ਤੇ ਕਛੂ ਆਦਿਕ ਉਛਲਦੇ ਹਨ ਤਾਂ ਨੂੰ ਛਾਲਾਂ ਜੀਆਂ ਮਾਰਦੇ ਦਿਸਦੇ ਹਨ। ਸੁੰਦਰ ਹੁਤੋ ਸੁਤਾਨ ਅਤੰਗਾ। ਹਾਂ, ਕਹਿੰਦੇ ਬਿਆਸਾ ਨਦੀ ਦਾ ਜਿਹੜਾ ਕਿਨਾਰਾ ਸੁੰਦਰ ਅਸਥਾਨ ਸੀ, ਹੈ ਵੀ ਉੱਚਾ ਸੀ। ਜਿੱਥੇ ਅੱਜ ਕੱਲ ਬੋਲੀ ਸਹਿ ਬੜਿਆ ਇੱਥੇ ਦੀ ਗੱਲ ਹੈ, ਇੱਥੇ ਮਹਾਰਾਜ ਆਏ ਹਨ। ਸਿਕਤਾ ਮਰਦਲ ਪੁੱਲ ਸਲਦਾ ਮਰਦਲ ਪੁਲਨ ਜਨ ਗੰਗਾ। ਹਾਂ, ਕਹਿੰਦੇ ਇਸ ਤਰ੍ਹਾਂ ਰੇਤ ਹੈ ਬਰੇਤੀ ਵਾਲਾ, ਜਾਨੀ ਜਿਵੇਂ ਗੰਗਾ ਵਾਲਾ ਗੰਗਾ ਦਾ ਕਿਨਾਰਾ ਹੁੰਦਾ, ਇਸ ਤਰ੍ਹਾਂ ਸੋਹਣਾ ਅਸਥਾਨ ਹੈ ਬਿਆਸਾ ਨਦੀ ਦਾ। ਲਲਤ ਸੁਥਲ ਪਿਖ ਬੈਠੇ ਜਾਈ। ਹਾਂ, ਜਿੱਥੇ ਅੱਜ ਕੱਲ 84 ਪੌੜੀ ਵਾਲੀ ਬੌੜੀ ਬਣੀ ਹੋਈ, ਇੱਥੇ ਸੋਹਣਾ ਸਥਾਨ ਬੈਠ ਕੇ ਮਹਾਰਾਜ ਆ ਬੈਠੇ ਹਨ। ਸ੍ਰੀ ਅੰਗਦ ਸੇਵਕ ਸਖੁਦਾਈ। ਗੁਰੂ ਅੰਗਦ ਸਾਹਿਬ ਮਹਾਰਾਜ ਸਮੂਹ ਸੇਵਕਾਂ ਨੂੰ ਸੁਖ ਬਖਸ਼ਣ ਵਾਲੇ। ਸੇਵਕ ਪੁੱਤ ਤੇ ਅੰਮ੍ਰਿਤ ਰੂਪ। ਹਾਂ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸੇਵਕ ਪੁੱਟ ਤੇ ਅੰਮ੍ਰਿਤ ਰੂਪ। ਸੇਵਕ ਨਹੀਂ ਹੋਣਾ ਹੋਰ ਕੁਝ। ਲੋਚਨ ਪੁੱਟ ਤੇ ਅੰਮ੍ਰਿਤ ਰੂਪ। ਕਹਿੰਦੇ ਨੇਤਰਾਂ ਰੂਪੀ ਦੁਨੀਆ ਕਰਕੇ ਅੰਮ੍ਰਿਤ ਰੂਪ ਜੋ ਦਰਸ਼ਨ ਦਿਦਾਰ ਹੈ। ਕਰਤ ਪਾਨ ਸ੍ਰੀ ਅਮਰ ਅਨੂਪ। ਤੋਂ ਰਹਿਤ ਗੁਰੂ ਅਮਰਦਾਸ ਸਾਹਿਬ ਜੀ ਉਹ ਅੱਖਾਂ ਰੂਪੀ ਦੁਨੀਆ ਦਾ ਅੰਮ੍ਰਿਤ ਰੂਪ ਜਿਹੜੇ ਦਰਸ਼ਨ ਹੈ ਸਤਿਗੁਰੂ ਅੰਗਦ ਸਾਹਿਬ ਜੀ ਦੇ ਕਰ ਰਹੇ ਹਨ। ਤ੍ਰਿਪਤ ਨਾ ਹੋਤ ਹੇਰ ਜਨ ਜੀਵਤ। ਹਾਂ, ਮਹਾਰਾਜ ਦੇ ਦਰਸ਼ਨ ਕਰਕੇ ਤ੍ਰਿਪਤ ਨਹੀਂ ਹੁੰਦੇ, ਜਾਨੀ ਵੇਖ ਵੇਖ ਕੇ ਦਰਸ਼ਨ ਦਿਦਾਰ ਜੀ ਰਹੇ ਹਨ। ਅਤ ਹਰਖਤ ਚਿਤ ਸ਼ਾਂਤੀ ਥੀਵਤ। ਬਹੁਤ ਖੁਸ਼ ਹੋ ਰਹੇ ਅਮਰਦਾਸ ਸਾਹਿਬ, ਚਿਤ ਵਿੱਚ ਸ਼ਾਂਤੀ ਹੋ ਰਹੀ ਹੈ। ਨੀਚੇ ਥਲ ਸਨਮੁਖ ਹੋਏ ਬੈਸੇ। ਆ ਜਿਹੜਾ ਨੀਵਾਂ ਜਿਹਾ ਅਸਥਾਨ ਹੈ ਉੱਥੇ ਹੋ ਕੇ ਨੀਵੇਂ ਥਾਂ ਹੋ ਕੇ ਬੈਠ ਗਏ। ਸੋਹਣੇ ਥਾਂ ਜਿਹੜਾ ਨੀਚਾ ਨੀਵਾਂ ਥਾਂ ਸੋਹਣਾ ਉੱਥੇ ਬੈਠ ਗਏ ਆਪ ਜੀ। ਵਾਸਦੇਵ ਅਰਜਨ ਜੁਗ ਜੈਸੇ। ਹਾਂ, ਜਿਸ ਤਰ੍ਹਾਂ ਕਹਿੰਦੇ ਕ੍ਰਿਸ਼ਨ ਜੀ ਦੇ ਕੋਲ ਅਰਜਨ ਕਹਿੰਦੇ ਨੀਵੇਂ ਥਾਂ ਹੋ ਕੇ ਬੈਠ ਗਿਆ ਸੀ, ਇਸ ਤਰ੍ਹਾਂ ਬੈਠੇ ਹਨ। ਮਹਿਮਾ ਮਹਾ ਲਖੀ ਨਹਿ ਪਰੇ। ਕਵੀ ਜੀ ਕਹਿੰਦੇ ਜਿਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ, ਉਸ ਵੇਲੇ ਮਹਾਨ ਮਹਿਮਾ ਜਾਣੀ ਜਾਂਦੀ ਹੈ। ਕੋਈ ਅੱਗੇ ਹੋਰ ਪਰੇ ਕੋਈ ਮਹਿਮਾ ਨਹੀਂ ਜਾਣੀ ਜਾ ਸਕਦੀ ਹੈ। ਅੰਮ੍ਰਿਤ ਬਚਨ ਗਿਆਨ ਰਸ ਭਰੇ। ਅੰਮ੍ਰਿਤਮਈ ਜਿਹੜੇ ਗਿਆਨ ਅੰਮ੍ਰਿਤਮਈ ਬਚਨ ਹੈ ਜੋ ਗਿਆਨ ਰਸ ਨਾਲ ਭਰੇ ਹੋਏ ਹਨ। ਹੇ ਪੁਰਖਾ ਤੁਮ ਹੋ ਮਮ ਰੂਪ। ਗੁਰੂ ਅੰਗਦ ਸਾਹਿਬ ਜੀ ਗਿਆਨ ਰਸ ਨਾਲ ਭਰੇ ਹੋਏ ਅੰਮ੍ਰਿਤਮਈ ਬਚਨ ਬੋਲੇ ਹਨ। ਹੇ ਪੁਰਖ ਗੁਰੂ ਅਮਰਦਾਸ, ਤੁਸੀਂ ਸਾਡਾ ਹੀ ਸਰੂਪ ਹੋ। ਭੇਦ ਨਾ ਜਾਣਹਾ ਤਨਕ ਅਨੂਪ। ਹੇ ਉਪਮਾਤ ਰਹਿਤ ਗੁਰੂ ਅਮਰਦਾਸ ਸਾਹਿਬ ਜੀ, ਥੋੜੇ ਮਾਤਰ ਵੀ ਆਪਣੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਾ ਜਾਣੋ, ਭੇਦ ਨਾ ਜਾਣੋ। ਸਦਾ ਹਿਰਦੇ ਬਾਸਤ ਹੋ ਮੇਰੋ। ਹੇ ਅਮਰਦਾਸ ਸਾਹਿਬ ਜੀ, ਪ੍ਰੇਮ ਕਰਕੇ ਸਦਾ ਸਾਡੇ ਹਿਰਦੇ ਵਿੱਚ ਤੁਸੀਂ ਵਸਦੇ ਹੋ। ਤੁਝ ਸੋ ਪਿਆਰ ਸਦੀਵ ਵਡੇਰੇ। ਤੁਹਾਡੇ ਨਾਲ ਹਮੇਸ਼ਾ ਸਦਾ ਬਹੁਤ ਵੱਡਾ ਪ੍ਰੇਮ ਪਿਆਰ ਹੈ। ਆਤਮ ਗਿਆਨ ਸਦੀਵ ਵਿਚਾਰ। ਇਸ ਕਰਕੇ ਇਹ ਅਮਰਦਾਸ ਸਾਹਿਬ ਜੀ ਜਿਹੜਾ ਆਪਣਾ ਆਪੇ ਦਾ ਗਿਆਨ ਆਤਮਾ ਦਾ ਗਿਆਨ ਉਹਦੀ ਹਮੇਸ਼ਾ ਵਿਚਾਰ ਕਰਿਆ ਕਰੋ। ਨਾਨਾ ਭੇਦ ਹਿਰਦੇ ਨਿਰਵਾਰ। ਇਸ ਕਰਕੇ ਜਿਹੜਾ ਤਰ੍ਹਾਂ ਤਰ੍ਹਾਂ ਦਾ ਭੇਦ ਹੈ ਵੀ ਇਹ ਗੁਰੂ ਅੰਗਦ ਸਾਹਿਬ ਜੀ ਹੈ, ਮੈਂ ਇਹਨਾਂ ਦਾ ਸੇਵਕ ਹਾਂ, ਬਾਕੀ ਇਹਨਾਂ ਦੇ ਸਿੱਖ ਸੇਵਕ ਹੈ, ਬਾਕੀ ਆਮ 84 ਫਿਰਦੀ ਇਹ ਨਨਤਪੁਣਾ ਵਾਲਾ ਜਿਹੜਾ ਭੇਦ
ਭੇਦ ਨਿਵਰਤ ਕਰ ਦਿਓ ਹਿਰਦੇ ਵਿੱਚੋਂ। ਦੇਹਨ ਕੇਚ ਸਨੇਹ ਅਛੇਹਾ, ਆ ਜਿਹੜਾ ਦੇਹਾਂ ਦਾ ਕਹਿੰਦੇ ਸਨੇਹ ਹੈ ਮੋਹ ਪਿਆਰ ਇੱਕ ਰਸ, ਮਿਥਿਆ ਹੈ ਨਾ ਰਾਖੋ ਏਹਾ। ਇਹ ਕਹਿੰਦੇ ਜਿਹੜਾ ਇੱਕ ਰਸ ਮੋਹ ਜਾ ਕਰਨਾ ਨਾ ਦੇਹਾਂ ਨਾਲ, ਇਹ ਤਾਂ ਮਿਥਿਆ ਹੈ, ਝੂਠਾ ਹੈ, ਨਾਸਵੰਤ ਇਹ ਨਾ ਰੱਖੋ ਐਸਾ ਮੋਹ ਝੂਠਾ। ਆਦ ਅੰਤ ਮਹਿ ਜੋ ਨਹਿ ਪਈਅਤ, ਕਿਉਂਕਿ ਜਿਹੜਾ ਸਰੀਰ ਹੈ ਪਹਿਲਾਂ ਵੀ ਹੈ ਨਹੀਂ ਸੀ, ਅੰਤ ਨੂੰ ਵੀ ਇਹ ਪਾਇਆ ਨਹੀਂ ਜਾਣਾ, ਅੰਤ ਨੂੰ ਵੀ ਇਹਨੇ ਸਨਮਟ ਕੇ ਸੁਆਹ ਹੋ ਜਾਣਾ ਹੈ। ਮਧਿਆ ਸਤਿਆ ਸੋ ਕੈਸੇ ਲਹੀਅਤ, ਆਹ ਵਿਚਾਲੇ ਜੇ ਸਮੇਂ ਵਿੱਚ ਜਿਹੜਾ ਸਰੀਰ ਹੈ ਕਿਸ ਤਰ੍ਹਾਂ ਕਹਿੰਦੇ ਸਤ ਕਰਕੇ ਜਾਣਿਆ ਸਕਦਾ, ਕਿਵੇਂ ਇਹ ਸੱਚਾ ਸਦਾ ਰਹਿਣ ਵਾਲਾ ਮੰਨਿਆ ਜਾ ਸਕਦਾ ਹੈ। ਜੋ ਉਪਜੈ ਸੋ ਬਿਨਸਨ ਵਹਾਰੋ, ਇਸ ਕਰ ਹੀ ਅਮਰਦਾਸ ਸਾਹਿਬ ਜੀ ਜੋ ਸਰੀਰ ਪੈਦਾ ਹੋਣ ਵਾਲਾ ਹੈ ਉਹ ਇੱਕ ਦਿਨ ਨਾਸ ਹੋ ਜਾਣ ਵਾਲਾ ਹੈ। ਲਖ ਤਾਕੋ ਮਿਥਿਆ ਨਿਰਵਾਰੋ, ਇਸ ਕਰਕੇ ਸੰਸਾਰ ਨੂੰ ਸਰੀਰਾਂ ਨੂੰ ਮਿਥਿਆ ਜਾਣ ਕੇ ਇਹਦਾ ਮੋਹ ਪਿਆਰ ਜਿਹੜਾ ਛੱਡ ਦੇਵੋ। ਇਸ ਮਹਿ ਸੰਕਟ ਅਨਕ ਪ੍ਰਕਾਰ, ਆ ਜਿਹੜਾ ਸਰੀਰਾਂ ਵਿੱਚ ਮੋਹ ਕਰਦਾ ਹੈ, ਇਹ ਸਰੀਰ ਦੇ ਮੋਹ ਦੇ ਵਿੱਚ ਬੜੇ ਅਨੇਕਾਂ ਤਰ੍ਹਾਂ ਦੇ ਦੁੱਖ ਹੁੰਦੇ ਹਨ। ਜਿਵੇਂ ਉਹ ਬਜ਼ੁਰਗ ਸਰੀਰ ਵਿੱਚ ਮੋਹ ਕਰਦਾ ਸੀ, ਪੁੱਤਰਾਂ ਵਿੱਚ ਮੋਹ ਕਰਦਾ ਸੀ, ਪਹਿਲਾਂ ਉਹ ਕੁੱਤਾ ਬਣਿਆ ਹੈ, ਫਿਰ ਸੱਪ ਬਣ ਗਿਆ ਸੀ, ਫਿਰ ਗੰਦਗੀ ਦਾ ਕੀੜਾ ਮਰਿਆ ਸੀ, ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਿਤੇ ਆ ਕੇ ਖੜਾ ਛਡਾਇਆ ਸੀ। ਇਸ ਕਰਕੇ ਦੇਹਾਂ ਵਿੱਚ ਮੋਹ ਬੜਾ ਦੁਖਦਾਈ ਹੈ। ਨਾਸ਼ਵੰਤ ਦ੍ਰਿਸ਼ਟਮਾਨ ਸੰਸਾਰ, ਬਾਕੀ ਜਿਹੜਾ ਸੰਸਾਰ ਹੈ ਦਿਸਣ ਵਾਲਾ ਇਹ ਵੀ ਸਾਰਾ ਨਾਸਵੰਤੀ ਹੈ। ਜਿਸ ਕੋ ਇਹੋ ਅਲੰਬ ਨਿਤ ਭਾਸੇ, ਹਾਂ, ਜਿਸ ਪਰਮੇਸ਼ਰ ਵਾਹਿਗੁਰੂ ਦੇ ਆਸਰੇ ਕਰਕੇ ਇਹ ਸੰਸਾਰ ਕਹਿੰਦੇ ਭਾਸ਼ ਰਿਹਾ, ਪ੍ਰਤੀਤ ਹੋ ਰਿਹਾ, ਦਿਸ ਰਿਹਾ ਹੈ। ਸੋ ਬਿਨ ਆਦ ਨਾ ਅੰਤ ਪ੍ਰਕਾਸ਼ੇ, ਉਹ ਪਰਮੇਸ਼ਰ ਵਾਹਿਗੁਰੂ ਕਹਿੰਦੇ ਆਦ ਤੋਂ ਬਿਨਾ ਹੈ, ਅੰਤ ਤੋਂ ਬਗੈਰ ਹੈ, ਉਹ ਹਮੇਸ਼ਾ ਪ੍ਰਕਾਸ਼ਵਾਨ ਹੈ। ਕਾਲ ਸਪਰਸ ਹੈ ਜਾਹਿ ਨ ਕਰਿਹੁ, ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਕਾਲ ਹੈ ਮਾਰਨ ਵਾਲਾ ਛੋ ਨਹੀਂ ਸਕਦਾ ਹੈ। ਆਦ ਅੰਤ ਮਦ ਇੱਕ ਰਸ ਤਿਉ, ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਆਦ ਵਿੱਚ ਵੀ, ਅੰਤ ਵਿੱਚ, ਅਖੀਰ ਤੇ ਵੀ, ਮੱਧ ਵਿਚਕਾਰਲੇ ਸਮੇਂ ਵਿੱਚ ਵੀ ਇੱਕ ਰਸ ਹੈ, ਹਮੇਸ਼ਾ ਰਹਿਣ ਵਾਲਾ। ਸੋ ਤੂੰ ਆਪਣੋ ਰੂਪ ਪਛਾਨ, ਉਹ ਐਸਾ ਜਿਹੜਾ ਵਾਹਿਗੁਰੂ ਹੈ ਉਸੇ ਨੂੰ ਤੂੰ ਆਪਣਾ ਸਰੂਪ ਪਛਾਣ ਲਾ, ਆਪਣਾ ਰੂਪ ਜਾਣ ਲਾ ਵੀ ਮੇਰਾ ਰੂਪ ਹੀ ਹੈ ਵਾਹਿਗੁਰੂ। ਏਕ ਆਤਮਾ ਮਹਿਦ ਮਹਾਨ, ਜਿਹੜਾ ਇੱਕੋ ਇੱਕ ਆਪ ਆਤਮਾ ਆਪਣਾ ਆਪਾ ਹੈ, ਮਹਾਨ ਤੋਂ ਮਹਾਨ ਹੈ, ਵੱਡਿਆਂ ਤੋਂ ਵੱਡਾ ਹੈ। ਸਤ ਚੇਤਨ ਆਨੰਦ ਸੋ ਬ੍ਰਹਮ, ਉਹ ਜਿਹੜਾ ਬ੍ਰਹਮ ਹੈ ਉਹ ਸਚਿਤ ਆਨੰਦ ਸਰੂਪ ਹੈ। ਵਿਸ਼ੈ ਨ ਇੰਦਰੀ ਕੋ ਨਿਰਭਰਮ, ਬਿਨਾ ਭਰਮਾਂ ਤੋਂ ਹੈ, ਪੰਜ ਪ੍ਰਕਾਰ ਦਾ ਭਰਮ ਨਹੀਂ ਹੈ, ਕਿਸੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਦਾ ਵਿਸ਼ਾ ਨਹੀਂ, ਨਾ ਕਰਕੇ ਉਹ ਜਾਣਿਆ ਨਹੀਂ ਜਾਂਦਾ, ਅੱਖਾਂ ਕਰਕੇ ਦੇਖਿਆ ਨਹੀਂ ਜਾਂਦਾ, ਕੰਨਾਂ ਕਰਕੇ ਉਹਦੇ ਸੰਬੰਧ ਵਿੱਚ ਸੁਣ ਨਹੀਂ ਸਕਦੇ, ਪੈਰਾਂ ਕਰਕੇ ਉਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ, ਹੱਥਾਂ ਨਾਲ ਫੜਿਆ ਪਕੜਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਇੰਦਰੀਆਂ ਕਰਕੇ ਉਹ ਵਿਸ਼ੇ ਨਹੀਂ ਹੁੰਦਾ, ਜਾਣਿਆ ਨਹੀਂ ਜਾ ਸਕਦਾ ਹੈ। ਵਿਚਰਨ ਮਿਲਨ ਨਾ ਜਿਸਮੈ ਪਈਅਤ, ਜਿਸ ਪਰਮੇਸ਼ਰ ਦੇ ਵਿੱਚ ਜਿਵੇਂ ਆ ਜੀਵ ਮਿਲ ਜਾਂਦੇ ਆ, ਵਿਛੜ ਜਾਂਦੇ, ਮਿਲਣਾ ਵਿਛੜਨਾ ਨਹੀਂ ਪਾਈਦਾ। ਵਿਆਪਕ ਨਭ ਸਮ ਸਭ ਥਲ ਲਹੀਅਤ, ਆਕਾਸ਼ ਦੇ ਵਾਂਗ ਸਾਰਿਆਂ ਥਾਵਾਂ ਵਿੱਚ ਹੀ ਲਹੀਦਾ, ਜਾਣੀਦਾ, ਵੇਖੀਦਾ ਹੈ, ਵਿਆਪਕ। ਜਨਮ ਨਾ ਮਰਨ ਨਾ ਸ਼ੋਕ ਨਾ ਹਰਖਾ, ਜਿਸ ਪਰਮੇਸ਼ਰ ਨੂੰ ਕੋਈ ਜੰਮਣਾ ਨਹੀਂ ਹੈ, ਮਰਨ ਦਾ ਦੁੱਖ ਨਹੀਂ ਹੈ, ਪਦਾਰਥ ਆਉਣ ਕਰਕੇ ਕੋਈ ਨਹੀਂ, ਜਾਣ ਕਰਕੇ ਕੋਈ ਸ਼ੋਕ ਨਹੀਂ ਹੈ, ਜੀਵਾਂ ਵਾਂਗ। ਦੁੰਦ ਬਿਹੂਨ ਸੁਬੁੱਧ ਕਾਰ ਪੁਰਖਾ, ਜਿੰਦਾ ਦੁੱਖਾਂ ਤੋਂ ਬਿਨਾ ਹੈ, ਸ੍ਰੇਸ਼ਟ ਬੁੱਧੀ ਕਰਕੇ ਉਹ ਪਰਖਿਆ ਜਾਂਦਾ ਹੈ, ਆਤਮ ਵਿਸ਼ੈਣੀ ਬੁੱਧ ਕਰਕੇ ਉਹਦੀ ਪ੍ਰੀਖਿਆ
ਲਿਖਿਆ ਹੁੰਦੀ ਐਸਾ ਹੈ। ਅਹੰ ਬ੍ਰਹਮ ਅਦਵੈ ਘਨ ਰੂਪ। ਔਰ ਮੇਰਾ ਆਤਮਾ ਬ੍ਰਹਮ ਸਰੂਪ ਹੈ, ਵਿਆਪਕ ਸਰੂਪ ਹੈ, ਅਦਵੈਤ ਰੂਪ ਹੈ, ਘਨ ਰੂਪ ਇੱਕ ਰਸ ਰੂਪ ਹੈ। ਇਹੋ ਬ੍ਰਿਧ ਨਿਸ਼ਚਲ ਧਰਹੁ ਅਨੂਪ। ਇਸ ਤਰ੍ਹਾਂ ਕਹਿੰਦੇ ਮੇਰਾ ਆਤਮਾ ਹੈ, ਮੇਰਾ ਆਪਣਾ ਹੈ ਬ੍ਰਹਮ। ਇਸ ਤਰ੍ਹਾਂ ਦੀ ਬਿਰਤੀ ਜਿਹੜੀ ਉਪਮਾ ਤੋਂ ਰਹਿਤ ਅਚਲ ਧਾਰੂ ਆਪਣੇ ਅੰਦਰ। ਲੋਕਨ ਕੋ ਸਿਖਵਨ ਹਿਤ ਬਾਹਰ। ਹਾਂ, ਬਾਕੀ ਲੋਕਾਂ ਨੂੰ ਸਿੱਖਿਆ ਦੇਣ ਵਾਲੇ ਬਾਹਰੋਂ ਜ਼ਬਾਨ ਰਾਹੀਂ। ਹਮ ਹੈ ਦਾਸ ਪ੍ਰਭੂ ਕੇ ਜਾਹਰ। ਉਹ ਕਹਿੰਦੇ ਜਾਹਰ ਪ੍ਰਗਟ ਕਰਕੇ ਬਾਹਰੋਂ ਜ਼ਬਾਨ ਤੋਂ ਕਹਿਣਾ ਵੀ ਅਸੀਂ ਤਾਂ ਵਾਹਿਗੁਰੂ ਦੇ ਦਾਸ ਹਾਂ, ਸੇਵਕਾਂ ਟਹਿਲੂਏ ਹਾਂ। ਭਗਤ ਬਿਥਾਰਹੁ ਸੰਗਤ ਮਾਹੂ। ਇਸ ਤਰ੍ਹਾਂ ਆਪਣੇ ਆਪ ਨੂੰ ਵਾਹਿਗੁਰੂ ਦੇ ਦਾਸ ਕਹਿ ਕੇ ਸੰਗਤਾਂ ਵਿੱਚ ਭਗਤੀ ਫੈਲਾਓ। ਭਗਤੀ ਸੰਬੰਧੀ ਵੀ ਪ੍ਰੇਮ ਨਾਲ ਭਾਈ ਭਗਤੀ ਕਰਿਆ ਕਰੋ। ਤਕੜੇ ਕਹੋ ਕਿ ਫਿਰ ਵਾਹਿਗੁਰੂ ਦੀ ਪ੍ਰਸੰਨਤਾ ਹੋਏਗੀ, ਉਹਦਾ ਮਿਲਾਪ ਹੋ ਜਾਏਗਾ। ਚਲ ਹੈ ਸਿੱਖ ਪਿਖ ਕਰ ਤੁਮ ਰਾਹੂ। ਹਾਂ, ਜਦੋਂ ਤੁਸੀਂ ਸੰਗਤ ਵਿੱਚ ਬੈਠ ਕੇ ਪ੍ਰੇਮ ਨਾਲ ਭਗਤੀ ਕਰੋਗੇ, ਜਿੰਨੇ ਸਿੱਖ ਸੇਵਕ ਵੇਖ ਕੇ ਤੁਹਾਡੇ ਰਸਤੇ ਭਗਤੀ ਵਾਲੇ ਚੱਲਣਗੇ। ਇਤਿਆਦਿਕ ਕਹਿ ਗੁਰੂ ਸੁਜਾਨਾ। ਗੁਰੂ ਅੰਗਦ ਸਾਹਿਬ ਮਹਾਰਾਜ ਜੋ ਸੁਗਰ ਸੁਜਾਨ ਹੈ, ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਇਹ ਗਿਆਨਮਈ ਬਚਨ ਕਹੇ। ਅਹੰ ਬ੍ਰਹਮ ਦ੍ਰਿੜ ਆਤਮ ਗਿਆਨਾ। ਇਸ ਤਰ੍ਹਾਂ ਕਹਿੰਦੇ ਮੇਰਾ ਆਤਮਾ ਬ੍ਰਹਮ ਸਰੂਪ ਹੈ। ਇਹ ਆਤਮ ਗਿਆਨ ਦ੍ਰਿੜ ਰੱਖਣਾ, ਪੱਕਿਆਂ ਰੱਖਣਾ ਅੰਤਰ। ਕੀਨ ਆਪਣੇ ਸੋ ਦ੍ਰਿਸ਼ ਕਿਰਪਾਲਾ। ਹਾਂ, ਇਸ ਤਰ੍ਹਾਂ ਆਪਣੇ ਤਲੀ ਕਰ ਲਿਆ ਹੈ। ਜਿਮ ਮਸਾਲ ਤੇ ਜਗਹ ਮਸਾਲਾ। ਇਸ ਤਰ੍ਹਾਂ ਕਹਿੰਦੇ ਕੋਈ ਮਿਸਾਲ ਜਗ ਰਹੀ ਹੋਵੇ, ਉਹਨੂੰ ਅੱਗੇ ਮਿਸਾਲ ਬੁਝੀ ਨੂੰ ਲਾ ਲਈਏ ਤੇ ਉਹ ਵੀ ਜਗ ਪੈਂਦੀ, ਉਹ ਵੀ ਪ੍ਰਕਾਸ਼ ਕਰਨ ਲੱਗ ਪੈਂਦੀ ਹੈ। ਕਹਿ ਲਗ ਕਹੋ ਸੋ ਬਚਨ ਬਿਲਾਸ। ਇਸ ਤਰ੍ਹਾਂ ਕਹਿੰਦੇ ਕਿੱਥੋਂ ਤੱਕ ਜਿਹੜੇ ਬਿਲਾਸ ਲਈ ਆਨੰਦਮਈ ਬਚਨ ਕੀਤੇ ਹਨ, ਮੈਂ ਇੱਕ ਬਿਆਨ ਕਰਾਂ। ਕਵੀ ਜੀ ਆਪਣੇ ਵੱਲੋਂ ਕਹਿ ਰਹੇ ਹਨ। ਕਰੇ ਬੈਠ ਸਤਿਗੁਰ ਸੰਗ ਦਾਸ। ਗੁਰੂ ਅੰਗਦ ਸਾਹਿਬ ਸਤਿਗੁਰੂ ਜੀ ਨੇ ਇਸ ਤਰ੍ਹਾਂ ਬਿਆਸਾ ਨਦੀ ਦੇ ਕਿਨਾਰੇ ਬੈਠ ਕੇ ਗੁਰੂ ਅਮਰਦਾਸ ਸਾਹਿਬ ਜੀ ਨਾਲ ਕਰੇ ਹਨ। ਬਾਹਰ ਉੱਠੇ ਤਹਿ ਜਗਨਾਥਾ। ਫਿਰ ਜਗਤ ਦੇ ਮਾਲਕ ਗੁਰੂ ਅੰਗਦ ਸਾਹਿਬ ਜੀ ਐਸੇ ਗਿਆਨਮਈ ਵਚਨ ਕਰਕੇ ਉਹ ਬਿਆਸਾ ਨਦੀ ਦੇ ਕਿਨਾਰੇ ਤੋਂ ਉੱਠ ਖੜੋਤੇ। ਸਹਿਤ ਪ੍ਰੇਮ ਗਹਿ ਸੇਵਕ ਹਾਥਾ। ਬੜੇ ਪ੍ਰੇਮ ਦੇ ਨਾਲ ਆਪਣੇ ਸੇਵਕ ਅਮਰਦਾਸ ਸਾਹਿਬ ਜੀ ਦਾ ਹੱਥ ਫੜ ਲਿਆ ਹੈ। ਧੰਨ ਧੰਨ ਭਾਖਤ ਸੰਗ ਜਾਤੇ। ਹਾਂ, ਧੰਨ ਹੋ ਮਾਰਾ ਆਵ, ਧੰਨ ਹੋ ਇਉਂ ਕਹਿੰਦੇ ਹੋਏ ਨਾਲ ਜਾ ਰਹੇ ਅਮਰਦਾਸ ਸਾਹਿਬ ਜੀ। ਬਾਰ ਬਾਰ ਦਰਸ਼ਨ ਨਿਰਖਾਤੇ। ਮੁੜ ਮੁੜ ਕੇ ਗੁਰੂ ਅੰਗਦ ਸਾਹਿਬ ਦੇ ਦਰਸ਼ਨਾਂ ਨੂੰ ਕਰ ਰਹੇ, ਵੇਖ ਰਹੇ। ਪੰਥ ਬਰੋਬਰ ਗਮਨੇ ਜਾਹੇ। ਗੁਰੂ ਅੰਗਦ ਸਾਹਿਬ ਜੀ ਦੇ ਬਰਾਬਰ ਹੀ ਰਸਤੇ ਵਿੱਚ ਚਲੇ ਜਾ ਰਹੇ ਅਮਰਦਾਸ ਸਾਹਿਬ ਜੀ। ਕਹਿ ਕਰ ਦਾਹਨ ਕਰ ਕਰ ਮਾਹੇ। ਗੁਰੂ ਅੰਗਦ ਸਾਹਿਬ ਜੀ ਨੇ ਸੱਜੇ ਹੱਥ ਦੇ ਨਾਲ ਜਿਹੜਾ ਸੱਜਾ ਹੱਥ ਹੈ, ਉਹ ਗੁਰੂ ਅਮਰਦਾਸ ਸਾਹਿਬ ਜੀ ਦਾ ਹੱਥ ਵਿੱਚ ਹੱਥ ਫੜਿਆ ਹੋਇਆ ਹੈ। ਸੱਜੇ ਹੱਥ ਵਿੱਚ ਸੱਜਾ ਹੀ ਹੱਥ ਪਕੜਿਆ ਹੋਇਆ। ਵਾਮ ਹਾਥ ਸ੍ਰੀ ਅਮਰ ਸੁਭਾਇ। ਹਾਂ, ਜੋ ਗੁਰੂ ਅਮਰਦਾਸ ਸਾਹਿਬ ਜੀ ਦਾ ਖੱਬਾ ਹੱਥ ਹੈ, ਸੁਤੇ ਸੁਭਾਈ। ਲਪਟਤ ਜਾਤ ਸੋ ਤਰੇ ਡਲਾਇਕ। ਇਸ ਤਰ੍ਹਾਂ ਕਹਿੰਦੇ ਹੇਠਾਂ ਨੂੰ ਕਹਿੰਦੇ ਜਾ ਰਿਹਾ ਲਟਕਦਾ ਹੋਇਆ ਖੱਬਾ ਹੱਥ, ਜਾਨੀ ਖੱਬੀ ਬਾਂਹ। ਇਸ ਬਿਦ ਆਵਤ ਪੰਥ ਖਡੂਰੇ। ਇਸ ਤਰ੍ਹਾਂ ਸੱਜੇ ਹੱਥ ਵਿੱਚ ਸੱਜਾ ਹੱਥ ਪਕੜ ਕੇ ਤੇ ਖੱਬਾ ਹੱਥ ਗੁਰੂ ਅਮਰਦਾਸ ਸਾਹਿਬ ਜੀ ਦਾ ਹੇਠਾਂ ਲਟਕ ਰਿਹਾ ਹੈ ਤੇ ਖਡੂਰ ਦੇ ਰਸਤੇ ਵਿੱਚ ਚਲੇ ਆ ਰਹੇ ਹਨ। ਸੇਵਕ ਸੰਗ ਲੀਏ ਗੁਰ ਪੂਰੇ। ਪੂਰੇ ਗੁਰੂ ਅੰਗਦ ਸਾਹਿਬ ਨੇ ਸਿੱਖ ਸੇਵਕਾਂ ਨੂੰ ਆਪਣੇ ਨਾਲ ਲਿਆ ਹੋਇਆ
ਹੈ। ਕਿਤਕ ਰਾਹ ਚੱਲ ਕਰ ਜਬ ਆਏ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕੁਝ ਕੁ ਰਸਤਾ ਤੈਅ ਕਰਦੇ ਚੱਲ ਕੇ ਆਏ ਹਨ। ਤਬ ਸ੍ਰੀ ਅਮਰ ਜੋ ਪੁਜਾ ਡੁਲਾਏ। ਉਸ ਵੇਲੇ ਕਹਿੰਦੇ ਚਲਦਿਆਂ ਚਲਾਉਂਦਿਆਂ ਗੁਰੂ ਅਮਰਦਾਸ ਸਾਹਿਬ ਜੀ ਦੀ ਜਿਹੜੀ ਬਾਂਹ ਹੈ ਥੋੜੀ ਜਿਹੀ ਡੋਲ ਗਈ, ਜ਼ਿਆਦਾ ਹਿੱਲ ਗਈ ਹੈ। ਭਈ ਅਚਾਨਕ ਗੁਰ ਤੇ ਆਗੇ। ਵਚਨ ਚੇਤੀ ਗੁਰੂ ਅੰਗਦ ਸਾਹਿਬ ਤੋਂ ਜਿਹੜੀ ਬਾਂਹ ਹੈ ਉਹ ਥੋੜੀ ਜਿਹੀ ਡੋਲਦੀ ਗੁਰੂ ਅਮਰਦਾਸ ਸਾਹਿਬ ਜੀ ਦੀ ਅੱਗੇ ਨੂੰ ਹੋ ਗਈ ਹੈ। ਦੇਖਤ ਅਮਰਦਾਸ ਵੱਡ ਭਾਗੇ। ਵੱਡੇ ਭਾਗਾਂ ਵਾਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਦੇਖ ਲਿਆ ਵੀ ਜਿਹੜੀ ਸਾਡੀ ਬਾਂਹ ਹੈ ਥੋੜੀ ਜ਼ਿਆਦਾ ਹਿੱਲ ਕੇ ਗੁਰੂ ਅੰਗਦ ਸਾਹਿਬ ਤੋਂ ਅੱਗੇ ਨੂੰ ਹੋ ਗਈ ਹੈ। ਵੱਡੀ ਚਿੰਤ ਚਿਤ ਦਾਰਨ ਭਾਰੀ। ਆਪਣੇ ਚਿੱਤ ਵਿੱਚ ਬੜੀ ਭਿਆਨਕ ਚਿੰਤਾ ਜੀ ਵੱਧ ਗਈ ਹੈ। ਮਹਾ ਅਵਗਿਆ ਗੁਰ ਕੀ ਧਾਰੀ। ਇਹ ਸਾਡੀ ਜਿਹੜੀ ਬਾਂਹ ਹੈ ਇਹਨੇ ਗੁਰੂ ਅੰਗਦ ਸਾਹਿਬ ਤੋਂ ਅੱਗੇ ਥੋੜਾ ਜਿਹਾ ਹੋ ਕੇ ਮਹਾਨ ਅਵਗਿਆ ਕੀਤੀ ਹੈ, ਬੇਅਦਬੀ ਕੀਤੀ ਹੈ। ਬਾਮ ਬਾਹ ਭੀ ਡੋਲ ਅਗਾਰੇ। ਸਾਡੀ ਜਿਹੜੀ ਖੱਬੀ ਬਾਂਹ ਹੈ ਜ਼ਿਆਦਾ ਜਿਹਾ ਡੋਲ ਕੇ ਜ਼ਿਆਦਾ ਜਿਹਾ ਹਿੱਲ ਕੇ ਗੁਰੂ ਅੰਗਦ ਸਾਹਿਬ ਤੋਂ ਥੋੜਾ ਜਿਹਾ ਅੱਗੇ ਹੋ ਗਈ ਹੈ। ਸਤਿਗੁਰ ਇਸਨੇ ਕੀਨ ਪਿਛਾਰੇ। ਸਾਡੀ ਬਾਂਹ ਨੇ ਕਹਿੰਦੇ ਗੁਰੂ ਅੰਗਦ ਸਾਹਿਬ ਜਿਹੜੇ ਸਾਡੇ ਮਹਾਨ ਸਤਿਗੁਰੂ ਨੂੰ ਥੋੜਾ ਜਿਹਾ ਪਿੱਛੇ ਕਰਿਆ ਹੈ। ਲੱਖ ਅਪਰਾਧ ਸੋ ਪੁਜਾ ਵਿਸਾਰੀ। ਇਹ ਸਾਡੀ ਬਾਂਹ ਨੇ ਗੁਰੂ ਅੰਗਦ ਸਾਹਿਬ ਜੀ ਦਾ ਗੁਨਾਹ ਕੀਤਾ ਹੈ, ਕਿਉਂ ਅੱਗੇ ਹੋਈ ਹੈ? ਕਹਿੰਦੇ ਇਹਨੂੰ ਭੁਲਾ ਹੀ ਦਿੱਤਾ ਗੁਰੂ ਅਮਰਦਾਸ ਸਾਹਿਬ ਜੀ ਨੇ। ਤੂਰਨ ਸੁਖ ਚਾਵਨ ਕੋ ਧਾਰੀ। ਬੜੀ ਛੇਤੀ ਕਹਿੰਦੇ ਉਹ ਬਾਂਹ ਜੀ ਨੂੰ ਇਕੱਠੀ ਜੀ ਕਰ ਲਿਆ, ਛਾਤੀ ਦੇ ਨਾਲ ਲਾ ਲਿਆ ਹੈ। ਛਾਤੀ ਸੰਗ ਲਾਏ ਸੋ ਲੀਨਸ। ਕਹਿੰਦੇ ਇਸ ਤਰ੍ਹਾਂ ਆਦਤ ਪੈ ਕਰਦਿਆਂ ਛਾਤੀ ਦੇ ਨਾਲ ਹੀ ਉਹ ਖੱਬੀ ਬਾਂਹ ਨੂੰ ਲਾ ਲਿਆ ਹੈ। ਤਿਸ ਛਿਨ ਨੇਮ ਏਵ ਕਰ ਲੀਨਸ। ਛਾਤੀ ਨਾਲ ਬਾਂਹ ਲਾ ਕੇ ਉਸਮੇ ਇਸ ਤਰ੍ਹਾਂ ਦਾ ਨਿਯਮ ਕਰ ਲਿਆ, ਪਰਨ ਕਰ ਲਿਆ ਗੁਰੂ ਅਮਰਦਾਸ ਸਾਹਿਬ ਜੀ। ਅਬ ਇਸਕੋ ਆਪਣੀ ਨਹਿ ਜਾਨਾ। ਇਹ ਜਿਹੜੀ ਬਾਂਹ ਹੈ ਜਿਸਨੇ ਗੁਰੂ ਅੰਗਦ ਸਾਹਿਬ ਤੋਂ ਅੱਗੇ ਹੋ ਕੇ ਬੇਅਦਬੀ ਕੀਤੀ, ਇਹਨੂੰ ਮੈਂ ਜ਼ਿੰਦਗੀ ਭਰ ਆਪਣੀ ਨਹੀਂ ਹੁਣ ਜਾਣਾਂਗਾ। ਕੀਨੋ ਗੁਰ ਅਪਰਾਧ ਪਛਾਨੋ। ਇਸ ਬਾਂਹ ਨੇ ਗੁਰੂ ਤੋਂ ਅੱਗੇ ਹੋ ਕੇ ਬੜਾ ਭਾਰੀ ਗੁਨਾਹ ਕੀਤਾ ਹੈ। ਕਾਰਜ ਇਸਕੇ ਸਾਥ ਨਾ ਕਰਾਂ। ਅੱਜ ਤੋਂ ਬਾਅਦ ਆਪਣੀ ਬਾਂਹ ਦੇ ਨਾਲ ਕੋਈ ਵੀ ਜਿਹੜਾ ਕੰਮਕਾਰ ਮੈਂ ਨਹੀਂ ਕਰਾਂਗਾ। ਨਹਿ ਮਮਤਾ ਕੋ ਮਨ ਮਹਿ ਧਾਰਾਂ। ਨਾ ਆਪਣੇ ਮਨ ਦੇ ਵਿੱਚ ਬਾਂਹ ਲਈ ਕੋਈ ਮੇਰ ਧਾਰਾਂਗਾ ਵੀ ਹੁਣ ਬਾਂਹ ਮੇਰੀ ਹੈ। ਜਬ ਲਗ ਮਹਿ ਤਨ ਕੋ ਧਾਰਾਂ। ਜਿੰਨਾ ਚਿਰ ਤੱਕ ਧਰਤੀ ਤੇ ਆਪਣਾ ਸਰੀਰ ਸੀਤਾ ਰੱਖਾਂਗੇ ਇਸਕੇ ਸੰਗ ਨਾ ਕਛੂ ਸੁਧਾਰਾਂ। ਪਰਨ ਕਰ ਲਿਆ ਵੀ ਇਹਦੇ ਨਾਲ ਕਦੇ ਵੀ ਕੋਈ ਨਹੀਂ ਕੰਮ ਕਰਾਂਗੇ, ਬਾਅਦ ਤੋਂ ਕੰਮ ਨਹੀਂ ਕੋਈ ਲਵਾਂਗੇ। ਛਾਤੀ ਸਾਥ ਲਾਏ ਸੋ ਹਾਥ। ਇਸ ਤਰ੍ਹਾਂ ਦਾ ਪਰਨ ਕਰਕੇ ਜਿਹੜਾ ਹੱਥ ਹੈ ਬਾਂਹ ਸਮੇਤ ਛਾਤੀ ਨਾਲ ਲਾ ਲਿਆ ਆਪ ਜੀ ਨੇ। ਚਲੇ ਜਾਤ ਸੰਗ ਸ੍ਰੀ ਗੁਰਨਾਥ। ਗੁਰੂ ਅੰਗਦ ਸਾਹਿਬ ਮਹਾਰਾਜ ਜੋ ਆਪਣੇ ਮਾਲਕ ਉਹਨਾਂ ਨਾਲ ਚਲੇ ਜਾ ਰਹੇ ਅਮਰਦਾਸ ਸਾਹਿਬ ਜੀ। ਇੱਕ ਹਾਥ ਦਾਹਨ ਤੇ ਤਿਨਹੂ। ਇੱਕ ਜਿਹੜਾ ਕਹਿੰਦੇ ਸੱਜਾ ਹੱਥ ਹੈ ਉਸ ਦੇ ਨਾਲ ਤਦੋਂ ਕਿਰਿਆ ਸੁਧਾਰਤ ਭੇ ਤਨ ਸਭ ਹੂੰ। ਜਿੰਨੀ ਸਰੀਰ ਦੀ ਕਿਰਿਆ ਸਾਰੀ ਕਹਿੰਦੇ ਇੱਕ ਸੱਜੇ ਹੱਥ ਨਾਲ ਹੀ ਕਰਦੇ ਰਹੇ, ਸਵਾਰਦੇ ਰਹੇ। ਜੇ ਤਿਕ ਤਨ ਆਦਿਕ ਕੀ ਕਾਰੇ। ਜਿਵੇਂ ਸਰੀਰ ਆਦਿਕ ਦੀ ਕੰਮਕਾਰ ਹੁੰਦੇ, ਇਹਨੂੰ ਨਹਾਉਣਾ ਧੋਣਾ ਹੋਰ ਖਵਾਉਣਾ ਪਿਆਉਣਾ। ਨਹੀਂ ਬਾਮ ਸੋ ਕਬ ਹੂੰ ਸੁਧਾਰੇ। ਕਹਿੰਦੇ ਜਿਹੜਾ ਸੱਜਾ ਹੱਥ ਹੈ ਸੱਜੀ ਬਾਂਹ ਉਹਦੇ ਨਾਲ ਕਦੇ ਜ਼ਿੰਦਗੀ ਭਰ ਕੋਈ ਕੰਮ ਹੀ ਨਹੀਂ ਕਰਿਆ। ਸੱਜੇ ਹੱਥ ਨਾਲ ਸੱਜੀ ਬਾਂਹ ਨਾਲ ਸਾਰੀ ਕਿਰਿਆ ਕਰਦੇ ਰਹੇ ਜ਼ਿੰਦਗੀ ਭਰ। ਇਹੋ ਸ੍ਰੀ ਅਮਰ ਕਹਿਓ ਕਸ ਕਰੀ। ਕਵੀ ਜੀ ਕਹਿੰਦੇ ਆ ਵੀ ਜੇ ਤੁਸੀਂ ਸਰੋਤਿਓ ਪੁੱਛ ਲਵੇ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਸ ਤਰ੍ਹਾਂ ਕਰ ਲਈ, ਵੀ ਕਿਉਂ ਬਾਂਹ ਭੁਲਾਤੀ, ਕਿਉਂ ਨਹੀਂ ਇਹ ਤੋਂ ਕੰਮ ਲਿਆ। ਅੰਗ ਅੰਗ ਗੁਰ ਭਗਤੀ ਧਰੀ। ਇਹਦਾ ਕਾਰਨ ਹੈ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਅੰਗ ਅੰਗ ਵਿੱਚ ਗੁਰੂ
ਗੁਰੂ ਅੰਗਦ ਸਾਹਿਬ ਦੀ ਭਗਤੀ ਭਾਵ ਨੂੰ ਧਾਰਨ ਕੀਤਾ ਹੋਇਆ ਸੀ। ਇਸ ਬਿਦ ਅਪਰ ਜੇ ਕੋ ਨਰ ਕਰੇ। ਵੀ ਗੁਰੂ ਕੇ ਸਿੱਖੋ, ਇਸ ਤਰ੍ਹਾਂ ਦਾ ਜਿਹੜਾ ਕੋਈ ਸਿੱਖ ਸੇਵਕ ਪੁਰਸ਼ ਹੈ ਗੁਰੂ ਦੇ ਨਾਲ ਪ੍ਰੇਮ ਪਿਆਰ ਕਰੇਗਾ, ਇਹੋ ਜਿਹਾ ਪਰਨ ਧਾਰੇਗਾ ਵੀ ਇਹ ਗੁਰੂ ਦੀ ਬੇਅਦਬੀ ਹੋ ਗਈ, ਇਹ ਤਫਸੀਰ ਤੋਂ ਮੈਂ ਕੋਈ ਕੰਮ ਨਹੀਂ ਲੈਣਾ ਹੈ। ਭੁਗਤ ਮੁਕਤ ਨਹਿ ਭਵ ਜਲ ਤਰੇ। ਭੁਗਤ ਮੁਕਤ ਲਹਿ ਭਵ ਜਲ ਤਰੇ। ਆਓ ਤਾਂ ਪੁਰਸ਼ ਪਦਾਰਥ ਵੀ ਲੈ ਲਏਗਾ, ਇਸ ਤਰ੍ਹਾਂ ਮੁਕਤੀ ਲੈ ਕੇ ਸੰਸਾਰ ਤੋਂ ਤਰ ਜਾਏਗਾ। ਸ੍ਰੀ ਅੰਗਦ ਅਵਲੋਕ ਪ੍ਰਸੰਨੇ। ਇਧਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਐਸਾ ਨਿਜ ਪਰਨ ਦੇਖ ਕੇ ਬਹੁਤ ਪ੍ਰਸੰਨ ਹੋ ਗਏ। ਕਰ ਸੋ ਛੁਡਾਇਓ ਕਹਿ ਧਨ ਧੰਨੇ। ਆ ਜਿਹੜਾ ਹੱਥ ਹੈ ਨਾ ਉਹ ਛਾਤੀ ਨਾਲ ਛੁਡਾਇਆ, ਪਾਸੇ ਜੇ ਕੀਤਾ ਵੀ ਐਸਾ ਨਹੀਂ ਕਰਨਾ ਹੈ। ਧਨ ਹੈ ਧਨ ਐਸੇ ਕਿਹਾ ਹੈ। ਉਰ ਮਹਿ ਜਾਤੇ ਕਰਤ ਵਿਚਾਰਾ। ਹਾਂ, ਹਿਰਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਜਾਂਦੇ ਹੋਏ ਵਿਚਾਰ ਕਰ ਰਹੇ। ਇਹ ਦੇਵ ਹੈ ਉਪਦੇਸ਼ ਉਦਾਰਾ। ਇਹ ਜੋ ਗੁਰੂ ਅਮਰਦਾਸ ਸਾਹਿਬ ਜੀ ਇਹ ਤਾਂ ਸਾਡੇ ਨਾਲੋਂ ਵੀ ਜ਼ਿਆਦਾ ਉਪਦੇਸ਼ ਦੇਣਗੇ ਸੰਸਾਰ ਵਿੱਚ। ਭਗਤ ਕਰਹਿ ਨਰ ਵਿੱਚ ਸਤ ਸੰਗਤ। ਆਏ ਸਤ ਸੰਗਤ ਵਿੱਚ ਬੈਠ ਕੇ ਬੜੇ ਲੋਕ ਭਗਤੀ ਕਰਿਆ ਕਰਨਗੇ ਇਹਨਾਂ ਨੂੰ ਦੇਖ ਕੇ, ਕਿਉਂਕਿ ਆਪ ਜੀ ਚੁਬਾਰੇ ਵਿੱਚ ਕੀਲੀ ਸਾਹਿਬ ਸਥਾਨ ਜਿੱਥੇ ਆ ਉਹਦੇ ਨਾਲ ਹੱਥ ਜਿਹਾ ਸਹਾਰਾ ਜਿਹਾ ਲੈ ਕੇ ਖੜੇ ਰਹਿੰਦੇ, ਭਗਤੀ ਕਰਦੇ ਰਹਿੰਦੇ ਸਨ। ਇਸ ਕਰਕੇ ਆਪ ਜੀ ਨੇ ਕਿਹਾ ਵੀ ਇਹ ਬਹੁਤ ਇਹਨਾਂ ਨੂੰ ਵੇਖ ਕੇ ਸੰਗਤ ਦੇ ਪੁਰਸ਼ ਭਗਤੀ ਕਰਿਆ ਕਰਨਗੇ। ਸਤਿਆ ਨਾਮ ਸੰਗ ਹੋਵਹਿ ਰੰਗਤ। ਜਿੰਨੀ ਸੰਗਤ ਹੈ ਸਤਨਾਮ ਦੇ ਸਭ ਦੇ, ਸਤਨਾਮ ਵਾਹਿਗੁਰੂ ਦੇ ਨਾਲ ਸਭ ਦਾ ਰੰਗਤ ਕੀਏ ਪ੍ਰੇਮ ਪਿਆਰ ਹੋਵੇਗਾ। ਇਸ ਤੇ ਹੋਏ ਉਧਾਰ ਹਜ਼ਾਰੋ। ਇਹ ਜੋ ਗੁਰੂ ਅਮਰਦਾਸ ਸਾਹਿਬ ਹੈ, ਜਦੋਂ ਸਾਡੇ ਬਾਅਦ ਗੁਰਤਾ ਗੱਦੀ ਤੇ ਤਖਤ ਤੇ ਬੈਠਣਗੇ ਬਹੁਤਿਆਂ ਦਾ ਉਧਾਰ ਹੋਵੇਗਾ। ਨਿਮਾਣਿਆਂ ਦੇ ਮਾਣ, ਨਿਤੰਗਤਿਆਂ ਦੀ ਗੱਤ ਕਰਨਗੇ, ਨਿਤਰਿਆਂ ਦੀ ਧਿਰ ਰੂ, ਨੋਟਿਆਂ ਦੇ ਓਟ ਰੂ, ਨਿਆਸਰਿਆਂ ਦੇ ਆਸਰੇ, ਇਸ ਤਰ੍ਹਾਂ ਮਹਾਨ ਹੋਣਗੇ। ਸਿੱਖੀ ਮਾਰਗ ਕੋ ਵਿਸਤਾਰੋ। ਇਸ ਤਰ੍ਹਾਂ ਜਿਹੜਾ ਗੁਰੂ ਨਾਨਕ ਦਾ ਸਿੱਖੀ ਦਾ ਰਸਤਾ ਇਸ ਨੂੰ ਬੜਾ ਭਾਰੀਏ ਫਲਾਣਗੇ। ਪਹੁੰਚੇ ਜਾਏ ਖਡੂਰ ਮਝਾਰੂ। ਐਸਾ ਵਿਚਾਰ ਕਰਦੇ ਹੋਏ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਜਾ ਪਹੁੰਚੇ। ਬੈਠੇ ਬਹਰੋ ਸਿੰਘਾਸਨ ਚਾਰੂ। ਫਿਰ ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਸੋਹਣੇ ਗੁਰੂ ਨਾਨਕ ਸਾਹਿਬ ਦੇ ਗੁਰਤਾ ਗੱਦੀ ਦੇ ਸਿੰਘਾਸਨ ਉੱਪਰ ਸਜ ਵਜ ਗਏ, ਬੈਠ ਗਏ। ਢਿੱਗ ਸ੍ਰੀ ਅਮਰ ਹੇਰ ਹਰ ਖਾਏ। ਕੋਲ ਗੁਰੂ ਅੰਗਦ ਅਮਰਦਾਸ ਸਾਹਿਬ ਜੀ ਵੇਖ ਵੇਖ ਕੇ ਖੁਸ਼ ਹੋ ਰਹੇ ਐ ਸਤਿਗੁਰਾਂ ਨੂੰ। ਵਾਕ ਬਲ ਬਿਲਾਸਨ ਦਿਵਸ ਬਿਤਾਏ। ਇਸ ਤਰ੍ਹਾਂ ਆਨੰਦਮਈ ਜਿਹੜੇ ਬਚਨ ਕਰਦਿਆਂ ਦਿਨ ਬਿਤਾਇਆ ਹੈ। ਸੰਧਿਆ ਸਮੇਂ ਜਬੈ ਨਿਰਿਆਣਾ। ਜਦੋਂ ਸ਼ਾਮ ਦਾ ਸਮਾਂ ਕਹਿੰਦੇ ਨੇੜੇ ਹੋਇਆ ਵੀ ਸੂਰਜ ਛਿਪ ਚੱਲਿਆ, ਸਮਝਿਆ ਹੈ। ਕਹਿਓ ਚਾਹੋ ਪੁਰਖਾ ਨਿਜ ਥਾਨਾ। ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕਿਹਾ, ਹੈ ਪੁਰਖਾ ਹੋ ਜੋ ਆਪਣਾ ਸਥਾਨ ਸ੍ਰੀ ਗੋਇੰਦਵਾਲ, ਉੱਥੇ ਤੂੰ ਚਲਿਆ ਜਾ। ਆਇਸ ਪਾਏ ਚੱਲੇ ਤਿਸ ਭਾਂਤੀ। ਕਹਿੰਦੇ ਆਗਿਆ ਪਾ ਕੇ ਉਸੇ ਤਰੀਕੇ ਨਾਲ, ਉਸੇ ਢੰਗ ਨਾਲ ਆਪ ਚੱਲੇ ਹਨ ਜਦ ਪਿਛਲੇ ਪੈਰੀ ਚੱਲ ਪਏ। ਗੁਰਦਿਸ ਮੁਖ ਗਮਨਹਿ ਪਸ ਚਾਤੀ। ਗੁਰੂ ਅੰਗਦ ਸਾਹਿਬ ਜੀ ਤਰਫ ਮੁਖ ਹੈ ਤੇ ਪਿਛਲੇ ਤਰਫ ਪੈਰੀ ਹੋ ਕੇ ਚੱਲ ਰਹੇ। 3 ਕੋਸ ਚੱਲ ਹੋਏ, 3 ਕੋਸ ਚੱਲ ਕਰ ਹੋਏ ਖਰੇ। ਜਦੋਂ 3 ਕੋਹਾਂ ਤੱਕ ਰਸਤਾ ਚੱਲੇ ਹਨ, ਫਿਰ ਇੱਥੇ ਆ ਕੇ ਖੜਿਆ ਹੋ ਗਏ 3 ਕੋਹਾਂ ਤੇ। ਗੁਰੂ ਧਿਆਨ ਧਰ ਬੰਦਨ ਕਰੇ। ਇਸ ਤਰ੍ਹਾਂ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਦਾ ਧਿਆਨ ਧਰ ਕੇ ਨਮਸਕਾਰ ਕੀਤੀ, ਮੱਥਾ ਟੇਕਿਆ ਹੈ। ਕੋਸ ਰਹਿ ਜਬ ਗੋਇੰਦ ਵਾਲੇ। ਜਦੋਂ ਕਹਿੰਦੇ ਗੋਇੰਦਵਾਲ ਸਾਹਿਬ ਸਿਰਫ ਇੱਕ ਉਹਦਾ ਰਸਤਾ ਰਹਿ ਗਿਆ। ਪੁਰ ਕੀ ਦਿਸ ਮੁਖ ਕਰ ਤਪ ਚਾਲੇ। ਕਹਿੰਦੇ ਗੋਇੰਦਵਾਲ ਸਾਹਿਬ ਦੇ ਨਗਰ ਦੀ ਤਰਫ ਮੁਖ ਕਰਕੇ ਚੱਲੇ ਹਨ। ਜਾਏ ਆਪਣੇ ਧਾਮ ਬਿਰਾਜੇ। ਗੁਰੂ ਅਮਰਦਾਸ ਸਾਹਿਬ ਜੀ ਆਪਣਾ ਜਿਹੜਾ ਘਰ ਹੈ ਚਵਾਰਾ ਸਾਹਿਬ ਵਾਲਾ ਸਥਾਨ, ਉਹਦੇ ਵਿੱਚ ਬਿਰਾਜਮਾਨ ਹੋ ਗਏ। ਜਿਨਕੇ ਧਿਆਨ ਧਰੇ ਜਮ ਭਾਜੇ। ਕਵੀ ਜੀ ਕਹਿੰਦੇ ਜਿਸ ਗੁਰੂ ਅਮਰਦਾਸ ਸਾਹਿਬ ਜੀ ਦਾ ਜੇ ਮਨ ਚਿਤ ਲਾ ਕੇ ਧਿਆਨ ਧਰੀਏ ਤੇ ਜਮ ਭੱਜ ਜਾਂਦਾ ਹੈ,
ਕਾਲ ਨੀ ਨੇੜੇ ਆਉਂਦਾ ਹੈ। ਪ੍ਰੇਮ ਦੇਖ ਚਰਨ ਰੰਗਨ ਡਰਿਓ ਲਿਖਿਆ ਸੁਤ ਕੇ ਉਹ ਭਾਣ ਡਰਿਓ ਕਿ ਧਨਰਾਜ ਵੀ ਡਰਦਾ ਹੈ। ਪ੍ਰੇਮ ਨਿਰੰਤਰ ਹਿਰਦੇ ਪ੍ਰਵਾਹੂ। ਗੁਰੂ ਅਮਰਦਾਸ ਸਾਹਿਬ ਜੀ ਦੇ ਹਿਰਦੇ ਵਿੱਚ ਇੱਕ ਰਸ ਪ੍ਰੇਮ ਦਾ ਪ੍ਰਵਾਹ ਵਗ ਰਿਹਾ ਹੈ। ਚਿਤ ਵਹਿ ਗੁਰ ਸਰੂਪ ਮਨ ਮਾਹੂ। ਜੋ ਗੁਰੂ ਅੰਗਦ ਸਾਹਿਬ ਜੀ ਦਾ ਪਾਵਨ ਪਿੱਤਰ ਸਰੂਪ ਆ ਉਹਨੂੰ ਚਿੱਤ ਵਿੱਚ ਵਿਚਾਰ ਰਹੇ। ਮੁਖ ਤੇ ਬੋਲ ਹੈ ਤਾ ਗੁਰ ਨਾਮੂ। ਜੇ ਮੁਖੋਂ ਕੋਈ ਬਚਨ ਬੋਲਦੇ ਹੈ ਤਾਂ ਵੀ ਗੁਰੂ ਅੰਗਦ ਸਾਹਿਬ ਜੀ ਦਾ ਧੰਨ ਸਤਿਗੁਰੂ ਅੰਗਦ ਸਾਹਿਬ ਜੀ ਦਾ ਨਾਮ ਲੈ ਕੇ ਹੀ ਬੋਲਦੇ ਆ ਕੋਈ ਬਚਨ। ਸੁਨਹਿ ਸਰੋਨ ਕੀਰਤਨ ਸੁਖ ਧਾਮੂ। ਜੇ ਕੋਈ ਕੀਰਤਨ ਸੁਣਦੇ ਆ ਕੰਨਾਂ ਰਾਹੀਂ ਫਿਰ ਸੁਖਾਂ ਦਾ ਘਰ ਗੁਰੂ ਅੰਗਦ ਸਾਹਿਬ ਜੀ ਦਾ ਜਸ ਸੁਣਦੇ ਆ। ਅਪਰ ਨਾ ਦੇਖਿਓ ਸੁਨਿਓ ਨਾ ਭਾਵੈ। ਕਹਿੰਦੇ ਹੋਰ ਨਾ ਕੋਈ ਅੱਖਾਂ ਨਾਲ ਦੇਖਿਆ ਪੁੰਗਾ ਲੱਗਦਾ ਨਾ ਕੰਨਾਂ ਨਾਲ ਸੁਣਿਆ ਚਾਹੁੰਦਾ ਹੈ। ਸੁਨਹਿ ਸਤਿਗੁਰ ਕੀ ਉਰ ਲਿਵ ਲਾਏ। ਇੱਕ ਸਤਿਗੁਰ ਕੀ ਉਰ ਲਿਵ ਲਾਵੇ। ਇੱਕ ਸਤਿਗੁਰੂ ਦੀ ਜਿਹੜੀ ਹਿਰਦੇ ਵਿੱਚ ਬਿਰਤੀ ਲਾਉਂਦੇ ਹਨ। ਜਬ ਸਿਮਰਹਿ ਤਬ ਦਰਸ਼ਨ ਕਰੈ। ਜਦੋਂ ਵੀ ਗੁਰੂ ਅਮਰਦਾਸ ਸਾਹਿਬ ਜੀ ਚੇਤੇ ਕਰਦੇ ਹਨ ਉਦੋਂ ਹੀ ਗੁਰੂ ਅੰਗਦ ਸਾਹਿਬ ਜੀ ਆ ਜਾਂਦੇ ਆ ਤੇ ਆਪ ਜੀ ਦਰਸ਼ਨ ਕਰ ਲੈਂਦੇ। ਬ੍ਰਹਮ ਗਿਆਨ ਕੋ ਨਿਤ ਉਰ ਧਰੈ। ਮੇਰਾ ਆਤਮਾ ਬ੍ਰਹਮ ਸਰੂਪ ਐਸਾ ਜਿਹੜਾ ਬ੍ਰਹਮ ਗਿਆਨ ਹਮੇਸ਼ਾ ਹਿਰਦੇ ਵਿੱਚ ਧਾਰਦੇ। ਦੋਹਰਾ ਇੱਕ ਦਿਨ ਸ੍ਰੀ ਅੰਗਦ ਗੁਰੂ। ਇੱਕ ਦਿਨ ਦੀ ਗੱਲ ਹੈ ਸਭਾਏ ਮਾਨ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਜੀ ਗਮਨੇ ਗੋਇੰਦਵਾਲ। ਆਇਓ ਗੋਇੰਦਵਾਲ ਨਗਰ ਇਧਰ ਨੂੰ ਚੱਲੇ ਹਨ। ਸੇਵਕ ਕੋ ਦਰਸ਼ਨ ਦਿਓ। ਆਪਣਾ ਸੇਵਕ ਗੁਰੂ ਅਮਰਦਾਸ ਸਾਹਿਬ ਉਹਨਾਂ ਨੂੰ ਜਾ ਦਰਸ਼ਨ ਬਖਸ਼ੇ। ਕਹਿ ਸੁਨ ਬਚਨ ਰਸਾਲ। ਬਚਨ ਸੋਹਣੇ ਕਹੇ ਵੀ ਹੈ ਸੁੰਦਰ ਤੇ ਸੁਣੇ ਵੀ ਹੈ। ਚੌਪਈ ਸਹਿਜ ਸੁਭਾਇਕ ਆਵਤ ਚਲੇ। ਇਸ ਤਰ੍ਹਾਂ ਸ੍ਰੀ ਗੋਇੰਦਵਾਲ ਸਾਹਿਬ ਤੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਸੁਤੇ ਸੁਆ ਆਪਣੀ ਮੌਜ ਵਿੱਚ ਹੀ ਚਲੇ ਆ ਰਹੇ ਸਨ। ਮਗ ਮਹਿ ਸਿੰਘਾਂ ਉਪਲ ਮਿਲੇ। ਰਸਤੇ ਵਿੱਚ ਜਿਹੜਾ ਸਿੰਘਾਂ ਨਾਮ ਦਾ ਸਿੱਖ ਹੈ ਉਪਲ ਗੋਦ ਦਾ ਮਿਲਿਆ ਹੈ। ਦੇਖਤ ਹੀ ਪਰ ਬੰਧਨ ਕਰੀ। ਆਏ ਸਿੰਘੇ ਉਪਲ ਸਿੱਖ ਨੇ ਗੁਰੂ ਅੰਗਦ ਸਾਹਿਬ ਨੂੰ ਦੇਖ ਕੇ ਨਮਸਕਾਰ ਕੀਤੀ ਹੈ। ਭਇਓ ਨਮਰ ਉਰ ਸਰਦਾ ਧਰੀ। ਬਹੁਤ ਨੀਵਾ ਹੋਇਆ ਹਿਰਦੇ ਵਿੱਚ ਬੜੀ ਸ਼ਰਧਾ ਧਾਰਨ ਕੀਤੇ ਸਿੰਘੇ ਉਪਲ ਨੇ। ਆਪਣ ਦੇ ਨਾਲ ਕਹਿੰਦੇ 100 ਬੱਕਰਾ ਨਾ ਹੈ। ਤਿੰਨ ਕਹ ਦੇਖ ਗੁਰੂ ਬਚ ਕਹੇ। ਸੁਨੇਹੇ ਉਪਲ ਵੱਲੀ ਦੇਖ ਕੇ ਗੁਰੂ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੇ ਬਚਨ ਕਿਹਾ ਹੈ। ਭੋ ਸਿੰਘਾ ਇਹ ਕਿਤ ਤੇ ਲਿਆਏ। ਵੀ ਇਹ ਸਿੰਘੇ ਕਿਥੋਂ ਤੂੰ 100 ਬੱਕਰਾ ਜਾ ਖਰੀਦ ਕੇ ਲਿਆਇਆ ਹੈ। ਕਿਉਂ ਕੀਨਸ ਇਨਕੋ ਸਮਝਾਏ। ਜਿਹੜੇ ਕਹਿੰਦੇ ਬਹੁਤ ਗਿਣਤੀ ਵਿੱਚ ਬੱਕਰੇ ਜੇ ਤੂੰ ਕਿਵੇਂ ਇਕੱਠੇ ਕਰੇ ਹੋਏ। ਸੁਨ ਕਰ ਜੋਰੇ ਕਹਿਓ ਬਿਰਤਾਂਤ। ਸੁਣ ਕੇ ਹੱਥ ਜੋੜੇ ਤੇ ਸਾਰਾ ਪ੍ਰਸੰਗ ਦੱਸਿਆ ਹੈ। ਇਹ ਸ੍ਰੀ ਸਤਿਗੁਰ ਜੀ ਭਗਵੰਤ। ਇਹ ਸਭਾਏ ਮਾਨ ਸਤਿਗੁਰੂ ਅੰਗਦ ਸਾਹਿਬ ਜੀ ਪਰਮੇਸ਼ਰ ਖਟ ਭਗਵਾਨ ਸਵੇਸ ਭਗਵਾਨ ਜੀ। ਮੋਹਿ ਪੁੱਤਰ ਕੋ ਮੁੰਡਨ ਹੈ। ਜਿਹੜਾ ਮਹਾਰਾਜ ਜਿਹੜਾ ਪੁੱਤਰ ਹੈ ਉਹਦਾ ਮੁੰਡਨ ਹੈ ਮੰਗਣਾ ਇੱਥੇ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਵਿੱਚ ਤੇ ਪੰਥ ਪ੍ਰਕਾਸ਼ ਵਿੱਚ ਇਸ ਤਰ੍ਹਾਂ ਇਹ ਮੰਗਣਾ ਹੀ ਲਿਖਿਆ। ਇੱਥੇ ਮੁੰਡਨ ਜਾਂ ਜਿਹੜਾ ਸਿਰ ਮੂੰਹ ਮਨਾਉਂਦੇ ਕਈ ਲੋਕ ਇਸ ਤਰ੍ਹਾਂ ਕਈਆਂ ਦੇ ਬੱਚੇ ਦੇ ਕਹਿੰਦੇ ਮਰ ਜਾਂਦੇ ਸੀ ਉਹਨਾਂ ਦੀ ਝੰਡ ਜੀ ਲਾਉਂਦੇ ਸੀ। ਇਸ ਤਰ੍ਹਾਂ ਦਾ ਪੁੱਠਾ ਸਿੱਧਾ ਜਿਹਾ ਰਿਵਾਜ ਹਿੰਦੂਆਂ ਵਿੱਚ ਪਿਆ ਹੋਇਆ। ਮਹਿਮਾ ਪ੍ਰਕਾਸ਼ ਵਿੱਚ ਗੁਰੂ ਖਾਲਸਾ ਤਵਾਰੀਖ ਵਿੱਚ ਤਾਂ ਇਹ ਮੰਗਣਾ ਹੀ ਲਿਖਿਆ ਹੈ। ਇਸ ਤਰ੍ਹਾਂ ਪੰਥ ਪ੍ਰਕਾਸ਼ ਵਿੱਚ ਸਿੱਖ ਸਜਣਾ ਲਿਖਿਆ ਹੈ। ਪਰ ਸੰਪਰਦਾ ਜਿਹੜਾ ਕੋਈ ਇਹ ਆਪਣੇ ਬੱਚੇ ਦਾ ਇਹਨੇ ਮੰਗਣਾ ਕਰਨਾ ਸੀ, ਸਗਨ ਕਰਨਾ ਸੀ,
ਉਹਦੇ ਵਾਸਤੇ ਬੱਕਰਾ 100 ਇਕੱਠਾ ਕਰਕੇ ਲਿਜਾ ਰਿਹਾ ਸੀ। ਐਸੇ ਠੀਕ ਸਮਝਣਾ ਹੈ। ਵੱਡ ਉਤਸ਼ਾਹ ਕਰਿਓ ਹਮ ਚਾਹੈ। ਮਾਰਾ ਮੰਗਣੇ ਸਮੇਂ ਅਸੀਂ ਬੜਾ ਭਾਰੀ ਤਕੜਾ ਉਤਸ਼ਾਹੀ ਖੁੱਲ ਖਲਾਸੇ ਨਾਲ ਹੀ ਕਰਿਆ ਚਾਹੁੰਦੇ। ਹਮਰੀ ਕੁਲ ਸਭ ਇਕੱਠੀ ਹੋਏ। ਮਹਾਰਾਜ ਜਿੰਨੀ ਸਾਡੇ ਕੋਲ ਹੈ ਨਾ, ਉਹ ਮੰਗਣੇ ਵਾਲੇ ਦਿਨ ਇਧਰੋਂ ਉਧਰੋਂ ਸਾਰੀ ਇਕੱਠੀ ਹੋਵੇਗੀ। ਵੱਡੇ ਹਮਾਰਨ ਕੀ ਵਿਦ ਸੋਏ। ਇਹ ਸਾਡੀ ਜਿਹੜੀ ਵਿਧੀ ਹੈ ਨਾ, ਮਰਜ਼ਾਦਾ ਹੈ। ਮਹਾਰਾਜ ਸਾਡੇ ਵੱਡ ਵਡੇਰਿਆਂ ਦੀ ਹੈ ਵੀ ਜਦੋਂ ਕਿਸੇ ਦਾ ਮੰਗਣਾ ਉਹਦੇ 100 ਬੱਕਰਾ ਅਸੀਂ ਵੱਢ ਕੇ ਖਾਂਦੇ। ਇਸ ਵਿਦ ਕਰਨ ਹੈ ਵਿਵਹਾਰ। ਇਸ ਕਰਕੇ ਮਹਾਰਾਜ ਸਾਡੇ ਕੋਲ ਦੀ ਰੀਤੀ ਅਨੁਸਾਰ ਇਸ ਤਰ੍ਹਾਂ ਦਾ ਵਿਵਹਾਰ ਜਾ ਕਰਨਾ ਹੀ ਹੈ। ਆਵਹਿ ਅਮਿਖ ਕਰਹਿ ਆਹਾਰ। ਜਦੋਂ ਸਾਗ ਸੰਬੰਧੀ ਕਹਿੰਦੇ ਇਕੱਠੇ ਹੋ ਕੇ ਆਉਂਦੇ ਮੰਗਣੇ ਸਮੇਂ, ਫਿਰ ਬੱਕਰੇ ਦਾ ਮਾਸ ਦਾ ਭੋਜਨ ਛਕਦੇ ਆ। ਸਦਾ ਜਠੇਰਨ ਰੀਤ ਹਮਾਰੇ। ਇਹ ਮਹਾਰਾਜ ਮੇਰੇ ਨਹੀਂ, ਸਾਡੇ ਵੱਡ ਵੱਡਿਆਂ ਦੀ ਰੀਤੀ ਚਲੀ ਆਉਂਦੀ ਹੈ। ਓਦਨ ਆਮਿਖ ਦੇਹ ਆਹਾਰੇ। ਜਦੋਂ ਕਿਸੇ ਜੀ ਦਾ ਮੰਗਣਾ ਹੁੰਦਾ ਹੈ, ਫਿਰ ਜਿੰਨੇ ਆਏ ਹੁੰਦੇ ਉਹਨਾਂ ਨੂੰ ਚੌਲ ਤੇ ਮਾਸ ਦਾ ਭੋਜਨ ਛਕਾਇਆ ਜਾਂਦਾ ਹੈ। ਖੁਸ਼ੀ ਅਨੇਕ ਪ੍ਰਕਾਰਨ ਹੋਏ। ਇਹ ਤਰ੍ਹਾਂ ਤਰ੍ਹਾਂ ਦੀਆਂ ਖੁਸ਼ੀਆਂ ਹੁੰਦੀਆਂ, ਬਾਜੇ ਗਾਜੇ ਵੱਜਦੇ ਐ। ਹੋਏ ਮੇਲ ਕੁਲ ਕੇ ਸਭ ਕੋ। ਜਿੰਨੇ ਕੁਲ ਦੇ ਜੀਆ ਜੰਤ ਹੁੰਦੇ ਸਾਰਿਆਂ ਦਾ ਇੱਕ ਜਗ੍ਹਾ ਮੇਲ ਹੁੰਦਾ, ਇਕੱਠ ਹੁੰਦਾ ਹੈ। ਸੁਨ ਕਰ ਬਿਕਸੇ ਗੁਰੂ ਕਿਰਪਾਲ। ਗੁਰੂ ਅੰਗਦ ਸਾਹਿਬ ਜੋ ਬੜੇ ਦਿਆਲੂ ਕਿਰਪਾਲੂ ਇਹ ਸੀਹੇ ਉੱਪਰ ਤੋਂ ਸੁਣ ਕੇ ਖਿੜਖੜਾ ਕੇ ਹੱਸੇ। ਭਲੋ ਕਰਨ ਹਿਤ ਕਹਿ ਤਿਸ ਕਾਲ। ਆਏ ਸੀਹੇ ਉੱਪਰ ਦਾ ਭਲਾ ਕਰਨ ਵਾਸਤੇ ਗੁਰੂ ਮਹਾਰਾਜ ਨੇ ਉਹ ਬਚਨ ਕਿਹਾ ਇਸ ਨੂੰ। ਇਤਨੇ ਜੀਵਨ ਹਿੰਸਾ ਕਰੈ। ਕਹਿੰਦੇ ਉਹ ਸੀਹੇ ਉੱਪਰ ਬੱਚੇ ਦੇ ਮੰਗਣੇ ਪਿੱਛੇ ਐਨੇ ਜੀਵਾਂ ਦੀ ਤੂੰ ਹੱਤਿਆ ਕਰੇ, ਐਨੇ ਬੱਕਰਿਆਂ ਨੂੰ ਮਾਰੇਗਾ। ਪਾਪ ਵਿਸਾਲ ਆਪਨ ਸਿਰ ਧਰੈ। ਦੇਖ ਲਾ 100 ਬੱਕਰਾ ਮਾਰ ਕੇ ਸਾਰਾ ਜਿਹੜਾ ਵੱਡਾ ਪਾਪ ਹੈ ਤੂੰ ਆਪਣੇ ਸਿਰ ਤੇ ਰੱਖ ਲੇਂਗੇ, ਸਾਰਾ ਤੇਰੇ ਸਿਰ ਲੱਗੇਗਾ। ਅਬ ਤੋ ਸੁਗਮ ਜਾਨੀ ਹੈ ਕਰਬੋ। ਹੁਣ ਤਾਂ ਜਿਹੜਾ 100 ਬੱਕਰਾ ਮਾਰ ਲੈਣਾ ਖਾ ਲੈਣਾ ਸੌਖਾ ਕੰਮ ਹੀ ਹੈ। ਅੰਤ ਮਹਾ ਦੁਖ ਨਰਕ ਨਾ ਪਰਬੋ। ਜਦੋਂ ਅੰਤ ਦਾ ਸਮਾਂ ਆਇਆ, ਮਹਾਨ ਕਹਿੰਦੇ ਜਿਹੜਾ ਨਰਕ ਦਾ ਦੁੱਖ ਹੈ ਉਹਦੇ ਵਿੱਚ ਪੈਣਾ ਪਏਗਾ, ਨਰਕਾਂ ਵਿੱਚ ਪਵੇਗਾ। ਦੇਹ ਸ਼ਾਸਨਾ ਜਮ ਕੇ ਦੂਤ। ਜਿਹੜਾ ਤੂੰ ਪਾਪ ਜਾ ਕੀਤਾ, ਫਿਰ ਧਰਮਰਾਜ ਦੇ ਜਮਦੂਰ ਜੇ ਜਦੋਂ ਚੰਗੀ ਸਜ਼ਾ ਦੇਣਗੇ, ਚਾਟਾ ਛਕਾਉਣਗੇ ਤੈਨੂੰ। ਕਹਾਂ ਨ ਪਹੁੰਚੇ ਬੰਦਪ ਪੂਤ। ਜਿਨ੍ਹਾਂ ਨੂੰ ਤੂੰ 100 ਬੱਕਰਾ ਮਾਰ ਕੇ ਛਕਾਉਣਾ ਹੈ, ਉਹਨਾਂ ਨੇ ਸਾਖਸਾਂ ਦੀਆਂ ਨੇ ਸਹਾਇਤਾ ਕਰਨੀ ਨਹੀਂ, ਪੂਜਣਾ ਹੈ ਤੈਨੂੰ, ਜਮਾਂ ਤੋਂ ਵੀ ਮਾਰ ਤੋਂ ਨਹੀਂ ਛਡਾਉਣਾ ਹੈ। ਜਿਨਕੇ ਹਿਤ ਅਗ ਕਰਮ ਕਮਾਏ। ਜਿਨ੍ਹਾਂ ਸਾਖਸਾਂ ਦੀਆਂ ਦੀ ਖੁਸ਼ੀ ਲੈਣ ਵਾਸਤੇ ਤੂੰ ਬੜਾ ਭਾਰੀ ਪਾਪ ਰੂ ਕਰਮ ਕਮਾ ਰਿਹਾ ਹੈ। ਤਹਾਂ ਨ ਰੰਚਕ ਹੋਏ ਸਹਾਏ। ਉੱਥੇ ਦਾ ਇਹ ਖਾਣ ਪੀਣਿਆਂ ਵਾਲੇ ਬਣ ਕਹਿੰਦੇ ਭੋਰਾ ਮਾਤਰ ਤੇਰੇ ਸਹਾਈ ਨਹੀਂ ਹੋਣਾ ਹੈ। ਸੁਖ ਭੋਗ ਗਏ ਸਗਰੇ ਲੋਕ। ਜਿੰਨੇ ਲੋਕ ਕਹਿੰਦੇ ਬਾਪ ਗੁੱਗੇ ਬੱਕਰੇ ਸੁਖ ਭੋਗ ਜਾਣਗੇ। ਆਪਦਾ ਪਰ ਹੈ ਤੋਹਿ ਵੱਡ ਸੋਖ। ਦੇਖ ਲਾ ਜਦੋਂ ਮਰਨ ਦਾ ਸਮਾਂ ਮੁਸੀਬਤ ਤੇਰੇ ਤੇ ਆ ਜਾਈ, ਫੇਰ ਤੈਨੂੰ ਛੋਕੇ ਡੋਬੇ ਪੈਣਗੇ ਵੀ ਇਹ ਕਿਉਂ ਮੈਂ ਕਰਿਆ। ਧਰਮ ਰਾਏ ਜਬ ਕਰ ਹੈ ਲੇਖਾ। ਦੇਖ ਲਾ ਵੇ ਸੀਹੇ ਉੱਪਰ ਜਦੋਂ ਧਰਮ ਰਾਏ ਨੇ ਫਿਰ ਤੇਰਾ ਹਿਸਾਬ ਕਿਤਾਬ ਕੀਤਾ। ਲਹੈ ਮਹਾ ਦੁਖ ਰਹਿ ਨ ਸੇਖਾ। ਮਹਾ ਨਹੀਂ ਦੁੱਖ ਲਏਗਾ, ਫਿਰ ਕੋਈ ਬਾਕੀ ਕਸਰ ਨਹੀਂ ਰਹੇਗੀ। ਪੂਰਾ ਪੂਰਾ ਹਿਸਾਬ ਹੋਏ ਤੇ ਪੂਰਾ ਪੂਰੀ ਸਜ਼ਾ ਮਿਲੇਗੀ। ਸੁਨ ਸੀਹੇ ਭੈ ਧਾਰ ਵਡੇਰੇ। ਗੁਰੂ ਅੰਗਦ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਸਿੰਘਾਂ ਉੱਪਰ ਨੇ ਬੜਾ ਭੈ ਡਰ ਧਾਰਿਆ ਹੈ। ਕਹਿਓ ਕਰੋ ਜਸ ਆਇਸ ਤੇਰੇ। ਕਹਿਣ ਲੱਗਿਆ, ਹੇ ਗੁਰੂ ਅੰਗਦ ਸਾਹਿਬ ਜੀ, ਜਿਸ ਤਰ੍ਹਾਂ ਆਪ ਜੀ ਦੀ ਆਗਿਆ ਹੋਵੇ ਹੁਣ ਮੈਂ ਉਸ ਤਰ੍ਹਾਂ ਕਰਾਂਗਾ। ਸ੍ਰੀ ਗੁਰ ਕਹਾ ਕਰੋ ਉਪਚਾਰ। ਹੇ ਗੁਰੂ ਅੰਗਦ ਸਾਹਿਬ ਮਹਾਰਾਜ, ਹੁਣ ਮੈਂ ਕਿਵੇਂ ਇਲਾਜ ਕੀ ਯਤਨ ਕਰਾਂ। ਜਿਸ ਦੇ ਹੋਏ ਨਾ ਜੀਵ ਸੰਘਾਰ। ਇਸ ਕਰਕੇ ਮਹਾਰਾਜ ਜੀਵਾਂ ਦੀ ਹੱਤਿਆ ਨਾ ਹੋਏ, ਨਾ 100 ਬੱਕਰਾ ਮੈਨੂੰ ਮਾਰਨਾ ਪਵੇ। ਨੀਕੀ ਬਾਤ ਆਪ ਮੁਝ ਕਹੋ। ਆਪ
ਜੀ ਮਹਾਰਾਜ ਬਿਲਕੁਲ ਚੰਗੀ ਤੋਂ ਚੰਗੀ ਗੱਲ ਮੈਨੂੰ ਕਹਿ ਰਹੇ ਹੋ। ਪਾਚ ਜਿਮ ਰਹੋ ਸੋ ਮੈਂ ਵੀ ਚਾਹਾਂ। ਮੈਂ ਵੀ ਚਾਹੁੰਦਾ ਵੀ ਇਹ 100 ਬੱਕਰੇ ਮਾਰਨ ਤੋਂ ਇਹ ਪਾਪ ਕਰਨ ਤੋਂ ਮੈਂ ਵੀ ਬਚ ਰਹਾ। ਹੋਏ ਨ ਪਾਪ ਨਰਕ ਮਹਿ ਪਰਿਓ। ਹਾਂ ਜਿਸ ਕਰਕੇ ਪਾਪ ਨਾ ਹੋਵੇ ਮੈਂ ਨਰਕਾਂ ਵਿੱਚ ਨਾ ਪਵਾਂ। ਜੀਵ ਘਾਤ ਚੇਤਿਤ ਮਹਿ ਡਰਿਓ। ਜੀਵ ਘਾਤ ਤੇ ਚਿਤ ਮਹਿ ਡਰਿਓ। ਆ ਜਿਹੜਾ ਜੀਵਾਂ ਨੂੰ ਮਾਰਨਾ ਹੈ ਉਹਨੂੰ ਚਿੱਤ ਵਿੱਚ ਡਰ ਵੀ ਰਿਹਾ ਹਾਂ। ਆਪ ਸਖਤ ਧਰ ਹੋ ਸਮਰੱਥ। ਹਾਂ ਮਹਾਰਾਜ ਸ਼ਕਤੀਆਂ ਕਰਕੇ ਬੜੇ ਮਹਾਨ ਸਮਰੱਥ ਹੋ ਤਾਕਤਵਰ ਹੋ। ਰਾਖੋ ਮੋਹ ਪ੍ਰਭੂ ਦੇਹ ਹੱਥ। हे ਗੁਰੂ ਅੰਗਦ ਸਾਹਿਬ ਪਰਮੇਸ਼ਰ ਰੂਪ ਮੈਨੂੰ ਇਹ ਜੀਵ ਹੱਤਿਆ ਤੋਂ ਹਰ ਦੇ ਕੇ ਬਚਾ ਕੇ ਰੱਖ ਲਓ ਜੀ। ਤੁਮ ਤੇ ਵੱਡੋ ਕਹਾ ਮੈਂ ਪਾਵਾਂ। हे ਗੁਰੂ ਅੰਗਦ ਸਾਹਿਬ ਤੋਂ ਤੁਹਾਤੋਂ ਵੱਡਾ ਹੋਰ ਕੌਣ ਮੈਂ ਪਾਊਂਗਾ। ਪਰਿਓ ਸਰਨ ਮੈਂ ਨਿਤ ਗੁਣ ਗਾਵਾਂ। ਮੈਂ ਤੁਹਾਡੀ ਸ਼ਰਣੀ ਪਿਆ ਹਾਂ ਤੇ ਹਮੇਸ਼ਾ ਤੁਹਾਡੇ ਗੁਣ ਗਾਉਣਾ ਕਿਉਂਕਿ ਭਾਈ ਗੁਰਦਾਸ ਜੀ ਨੇ 11ਵੀਂ ਵਾਰ ਦੇ ਵਿੱਚ ਸਿੰਘਾਂ ਉੱਪਰ ਜਿਹੜਾ ਇਹ ਗੁਰੂ ਨਾਨਕ ਸਾਹਿਬ ਦਾ ਸਿੱਖ ਲਿਖਿਆ ਹੈ। ਇਸ ਕਰਕੇ ਜਿਹੜਾ ਇਹ ਕਹਿ ਰਿਹਾ ਕਿ ਮਹਾਰਾਜ ਤੁਹਾਡੀ ਸ਼ਰਨ ਪਿਆ ਤੁਹਾਡੇ ਗੁਣ ਗਾ ਰਿਹਾ ਹਾਂ। ਜਿਵੇਂ ਇਹੋ ਜੀਵ ਘਾਤ ਨਹਿ ਹੋਵੇ। ਮਹਾਰਾਜ ਇਸ ਤਰ੍ਹਾਂ ਇਹ ਜੀਵਾਂ ਦਾ ਘਾਤ ਨਾ ਹੋਵੇ ਨਾ ਮਾਰਨਾ ਹੋਵੇ। ਨਹੀਂ ਜਠੇਰਨ ਕੋ ਦੁੱਖ ਜੋਵੇ। ਬਾਕੀ ਜਿਹੜੇ ਮੇਰੇ ਵੱਡ ਵਡੇਰੇ ਉਹਨਾਂ ਦਾ ਵੀ ਦੁੱਖ ਨਾ ਮੈਨੂੰ ਵੇਖਣਾ ਪਵੇ। ਆਸ ਉਪਾਏ ਅਬ ਆਪ ਅਲਾਵੋ। ਇਹ ਸਤਿਗੁਰੂ ਜੀ ਹੋ ਜਾ ਉਪਰਾਲਾ ਹੀਲਾ ਹੁਣ ਮੈਨੂੰ ਦੱਸੋ ਜੀ। ਆਪਣੋ ਸੇਵਕ ਜਾਨ ਬਤਾਵੋ। ਆਪਣਾ ਮਾਰਾ ਗੁਰੂ ਘਰ ਦਾ ਸਿੱਖ ਸੇਵਕ ਜਾਣ ਕਰਕੇ ਮੈਨੂੰ ਬਚਾ ਲੋ ਦੱਸੋ ਜੀ। ਇਮ ਬਿਨਤੀ ਸੁਨ ਕੇ ਤਿਸ ਕੇਰੀ। ਇਸ ਤਰ੍ਹਾਂ ਦੀ ਜਿਹੜੀ ਕੋਈ ਬੇਨਤੀ ਹੈ ਉਹ ਸਿੰਘੇ ਉੱਪਰ ਦੀ ਸੁਣ ਕੇ ਭਏ ਕਿਰਪਾਲ ਭਨਿਓ ਬਚ ਫੇਰੀ। ਹਾਂ ਗੁਰੂ ਅੰਗਦ ਸਾਹਿਬ ਜੀ ਦਿਆਲੂ ਕਿਰਪਾਲੂ ਹੋਵੇ ਐਤਿਓ ਬਚਨ ਕਿਹਾ ਹੈ। ਹਮਰੇ ਦੁਆਰੇ ਮੁੰਡਨ ਕਰੋ। ਮਹਾਰਾਜ ਕਹਿੰਦੇ ਲੈ ਵੀ ਇੱਕ ਤਰੀਕਾ ਬਚਨ ਦਾ ਹੈ। ਸਾਡੇ ਅਸਥਾਨ ਤੇ ਖਡੂਰ ਸਾਹਿਬ ਸਾਰਿਆਂ ਨੂੰ ਲੈ ਕੇ ਆਇਆ ਉੱਥੇ ਤੂੰ ਆਪਣੇ ਬੱਚੇ ਦਾ ਮੰਗਣਾ ਕਰ ਲੈ। ਉਰ ਕੋ ਭਰਮ ਸਰਬ ਪਰ ਹਰੋ। ਆਪਣੇ ਹਿਰਦੇ ਦਾ ਜਿਹੜਾ ਭਰਮ ਭੁਲੇਖਾ ਸਾਰਾ ਦੂਰ ਕਰ ਦੇ ਵੀ ਸ਼ਾਇਦ ਕਿਤੇ ਮੇਰੇ ਸਾਖ ਸੋਧੀ ਨਾ ਗੁੱਸੇ ਹੋ ਜਾਣ ਕਿਤੇ ਵੱਡ ਵਡੇਰੇ ਨਾ ਔਖੇ ਹੋਣ। ਬਿਗਨ ਜਠੇਰਨ ਕੋ ਨਹਿ ਹੋਏ। ਨਾ ਤਾਂ ਤੇਰੇ ਵੱਡ ਵਡੇਰਿਆਂ ਵੱਲੋਂ ਕੋਈ ਬਿਗਨ ਹੋਊਗਾ। ਸਿਮਰੋ ਸਤ ਨਾਮ ਦੁਖ ਆ ਖੋਏ। ਸਾਡੇ ਅਸਥਾਨ ਤੇ ਬਸ ਸਤਨਾਮ ਵਾਹਿਗੁਰੂ ਸਿਮਰੇ ਦੁੱਖ ਖੋਇਆ ਜਾਏਗਾ। ਜਿਨ ਕੋ ਦੁਖ ਦਾਇਕ ਤੂੰ ਜਾਣੈ। ਇਹਨਾਂ ਵੱਡ ਵਡੇਰਿਆਂ ਨੂੰ ਦੁੱਖ ਦੇਖਦੇ ਦੁੱਖ ਦੇਣ ਵਾਲਾ ਸਮਝਦਾ ਜਾਣਦਾ ਹੈ। ਜੋ ਤੇਰੇ ਸਭ ਬਿਗਨਨ ਠਾਨੇ। ਜੋ ਤੇਰੇ ਸਭ ਜੋ ਤੇਰੇ ਸਭ ਬਿਗਨਨ ਠਾਨੇ। ਹਾਂ ਜਿਹੜੇ ਤੇਰੇ ਬਿਗਨਾਂ ਨੂੰ ਪਾਉਣ ਵਾਲੇ ਹਨ। ਸਰਬ ਔਰਤੇ ਹੋਏ ਰਖਵਾਰੇ। ਕਹਿੰਦੇ ਸਾਰੇ ਤੇਰੇ ਜਿਹੜੇ ਵੱਡ ਵਡੇਰੇ ਉਹ ਸਭ ਪਾਸੇ ਤੋਂ ਤੇਰੀ ਰੱਖਿਆ ਕਰਨ ਵਾਲੇ ਹੋਣਗੇ। ਸਭ ਸੁਖ ਦੇਹ ਨਾ ਕਾਜ ਬਿਗਾਰੇ। ਉਹ ਤੇਰੇ ਵੱਡ ਵਡੇਰੇ ਸਭ ਸੁਖ ਤੈਨੂੰ ਦੇਣਗੇ ਕਹਿੰਦੇ ਤੇਰਾ ਕੋਈ ਕੰਮ ਨਹੀਂ ਵਿਗਾੜਨਗੇ। ਅੱਜ ਸਗਰੇ ਅਬ ਦੀਜਹਿ ਛੋਰ। ਚੰਗਾ ਵੇਸ਼ੀਏ ਉਪਲਾ ਜਿਹੜਾ 100 ਬੱਕਰਾ ਜਾਂ ਫੜਿਆ ਇਹਨਾਂ ਨੂੰ ਸਾਰਿਆਂ ਨੂੰ ਛੱਡ ਦੇ ਤੂੰ। ਨਰਕ ਨਿਹਾਰ ਹੈ ਨਹਿ ਦੁਖ ਘੋਰ। ਆ ਜਿਹੜਾ ਨਰਕਾਂ ਵਿੱਚ ਭਿਆਨਕ ਜਿਹੜਾ ਦੁੱਖ ਦੇਖਣਾ ਇਹ ਤੂੰ ਨਹੀਂ ਫਿਰ ਦੇਖੇਗਾ। ਸੁਨੇ ਬਚਨ ਧਰ ਸਰਦਾ ਮਾਨੇ। ਹਾਂ ਮਹਾਰਾਜ ਦੇ ਬਚਨ ਸੁਣੇ ਐ ਸ਼ਰਧਾ ਧਾਰ ਕੇ ਨੇ ਮੰਨ ਲਏ। ਹਾਥ ਜੋੜ ਆਪਣੋ ਹਿਤ ਜਾਣੇ। ਹੱਥ ਜੋੜਿਆ ਇਹਦੇ ਵਿੱਚ ਆਪਣਾ ਭਲਾ ਹੀ ਜਾਣਿਆ ਹੈ। ਅੱਜ ਖਲਾਸ ਤਿਸ ਛਿਨ ਸਭ ਕੀਨੇ। ਜਿੰਨੇ ਕਹਿੰਦੇ ਬੱਕਰੇ ਬੁਕਰੇ ਜੀ ਸਾਰਿਆਂ ਦੀ ਬੰਦ ਖਲਾਸੀ ਕਰ ਦਿੱਤੀ ਹੈ। ਸਭ ਖੋਲ ਦਿੱਤੇ
ਛੱਡ ਦਿੱਤੇ। ਗੁਰ ਕੇ ਚਰਨ ਕਮਲ ਮਨ ਲੀਨੇ। ਹਾਂ, ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਮਨ ਲੀਨ ਕਰ ਲਿਆ ਹੈ। ਜਾਏ ਸਦਨ ਜੇਤਿਕ ਤਿਆ ਸਭ ਜੇਤਿਕ ਤਿਆਰੀ। ਹਾਂ, ਘਰ ਦੇ ਵਿੱਚ ਪਹੁੰਚ ਕੇ ਜਿੰਨੀ ਕਹਿੰਦੇ ਉਹ ਮੰਗਣੇ ਦੀ ਸਾਰੀ ਤਿਆਰੀ ਆਦਿਕ ਸੀ। ਆਨਤ ਭਾਗੁਰ ਕੇਰ ਅਗਾਰੀ। ਹਾਂ, ਸਾਰਾ ਸਾਜੋ ਸਮਾਨ ਚੱਕ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਹਜ਼ੂਰੀ ਵਿੱਚ ਆ ਗਿਆ ਹੈ। ਆਪਣੇ ਬੰਧੂ ਤਹਾਂ ਹਕਾਰੇ। ਆਪਣੇ ਜਿਹੜੇ ਸਾਗ ਸੰਬੰਧੀ ਹੈ ਉਹ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਸੱਦ ਲਏ। ਬਹੁਰ ਪੁੱਤਰ ਕੋ ਸ੍ਰੀ ਗੁਰਦੁਆਰੇ। ਉਸ ਤੋਂ ਬਾਅਦ ਗੁਰੂ ਮਹਾਰਾਜ ਦੇ ਸਾਹਮਣੇ ਜੋ ਆਪਣਾ ਪੁੱਤਰ ਹੈ, ਮੁੰਡਨ ਰੀਤ ਬੰਸ ਕੀ ਜੈਸੇ। ਇਹ ਕਹਿੰਦੇ ਬੰਸ ਦੀ ਰੀਤੀ ਹੈ ਉਹ ਮੰਗਣੇ ਦੀ ਸਾਰੀ ਕੀਤੀ ਹੈ। ਭਲੀ ਭਾਂਤ ਕਰਵਾਇਵ ਤੈਸੇ। ਹਾਂ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਚੰਗੇ ਢੰਗ ਨੇ ਨਾਲ ਉਹ ਮੰਗਣੇ ਸਗਨ ਦੀ ਰੀਤੀ ਕਰਵਾਈ ਇਸਨੇ। ਪਹਿਤ ਭਾਂਤ ਕੋ ਦੀਨ ਆਹਾਰਾ। ਹਾਂ, ਕਹਿੰਦੇ ਬੱਕਰੇ ਦੇ ਮਾਸ ਦੇ ਥਾਂ ਦਾਲ ਤੇ ਚੌਲ ਦਾ ਸਭ ਨੂੰ ਭੋਜਨ ਛਕਾ ਦਿੱਤਾ। ਰੁਚ ਕਰ ਖਾਏ ਸਰਬ ਵਰ ਪਰਵਾਰਾ। ਹਾਂ, ਜਿੰਨੇ ਪਰਿਵਾਰ ਦੇ ਸਾਗ ਸੰਬੰਧੀ ਰਿਸ਼ਤੇਦਾਰ ਰੁਚੀ ਨਾਲ ਖੁਸ਼ੀ ਨਾਲ ਹੀ ਛਕਾ ਰਹੇ। ਸਿੱਖ ਸੰਗਤ ਸਭ ਹੂਨ ਅਚਾਵਾ। ਹਾਂ, ਜਿੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਉਹਨਾਂ ਨੂੰ ਵੀ ਪੰਗਤ ਵਿੱਚ ਬਿਠਾ ਕੇ ਹੀ ਛਕਾਇਆ ਹੈ। ਵਿਗਨ ਕਛੂ ਨਹਿ ਹੋਵਨ ਪਾਵਾ। ਉਹਨਾਂ ਪਾਪ ਹੀ ਨਹੀਂ ਹੋਇਆ, ਪਾਪਾਂ ਨੇ ਵਿਗਨਾ ਪਾਉਣਾ, ਦੁੱਖ ਦੇਣਾ ਤੇ ਵਿਗਨ ਕਹਿੰਦੇ ਹੋਣਾ ਹੀ ਨਹੀਂ ਪਾਇਆ ਹੈ। ਇਹੀ ਖਾ ਖੂ ਕੇ ਸ਼ਰਾਬ ਸ਼ਰੂ ਫਿਰ ਵਿਗਨ ਪੈਂਦੇ ਮਰਦੇ ਖਪਦੇ ਹਨ। ਸਤਿਗੁਰ ਕੋ ਪ੍ਰਤਾਪ ਅਤ ਭਾਰੀ। ਬਾਕੀ ਗੁਰੂ ਅੰਗਦ ਸਾਹਿਬ ਦਾ ਬੜਾ ਭਾਰੀ ਤੇਜ ਪ੍ਰਤਾਪ ਹੈ। ਵਿਗਨਕਾਰ ਹੋਏ ਰਖਵਾਰੀ। ਜਿਨ੍ਹਾਂ ਨੂੰ ਇਹ ਸਿੰਘਾਂ ਉੱਪਰ ਵੱਡ ਵਡੇਰਿਆਂ ਨੂੰ ਵਿਗਨ ਪਾਉਣ ਵਾਲੇ ਸਮਝਦਾ ਸੀ ਉਹ ਸਗੋਂ ਰੱਖਿਆ ਕਰਨ ਵਾਲੇ ਇਹਦੇ ਹੋ ਗਏ ਹਨ। ਪੂਰਨ ਸਕਲ ਕਾਜ ਤਿਨ ਕਰਿਓ। ਇਸ ਤਰ੍ਹਾਂ ਕਹਿੰਦੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਆਪਣੇ ਪੁੱਤਰ ਦਾ ਜਿਹੜਾ ਕੋਈ ਸਗਨ ਦਾ ਕੰਮ ਸੀ ਸਾਰਾ ਇਹਨੇ ਸੰਪੂਰਨ ਕੀਤਾ ਹੈ। ਸ੍ਰੀ ਗੁਰ ਪੰਥ ਹਿਰਦੇ ਦ੍ਰਿੜ ਧਰਿਓ। ਹਾਂ, ਗੁਰੂ ਮਹਾਰਾਜ ਦਾ ਜਿਹੜਾ ਪੰਥ ਹੈ ਸਿੱਖੀ ਵਾਲਾ ਉਹਦੇ ਵਿੱਚ ਪੱਕਾ ਧਾਰਨ ਕਰ ਲਿਆ। ਬਸ ਇਹ ਹਿੱਸਾ ਛੱਡ ਗਿਆ ਹੈ। ਭਇਓ ਸਿੱਖ ਤਿਸ ਦਿਨ ਤੇ ਗੁਰ ਕੋ। ਉਹ ਦਿਨ ਤੋਂ ਤਾਂ ਫਿਰ ਗੁਰੂ ਮਹਾਰਾਜ ਦਾ ਪੂਰਾ ਹੀ ਸਿੱਖ ਬਣ ਗਿਆ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾਂ ਹੀ ਸਿੱਖ ਸੀ, ਪਰ ਇਹ ਵੱਡ ਵਡੇਰਿਆਂ ਦੀ ਰੀਤੀ ਵਿੱਚ ਫਸਿਆ ਇਹ ਕਰ ਆ ਰਿਹਾ ਸੀ। ਸੇਵਹਿ ਚਰਨ ਭਾਉ ਕਰ ਉਰ ਕੋ। ਆਪਣੇ ਹਿਰਦੇ ਦਾ ਪ੍ਰੇਮ ਭਾਵ ਕਰਕੇ ਸਤਿਗੁਰੂ ਦੇ ਚਰਨਾਂ ਦੀ ਸੇਵਾ ਕਰਦਾ ਹੈ। ਦ੍ਰਿੜ ਪ੍ਰਤੀਤ ਕੀਨਸ ਗੁਰ ਔਰੀ। ਗੁਰੂ ਮਹਾਰਾਜ ਦੀ ਤਰਫ ਇਹਦੇ ਵਿੱਚ ਜਿਹੜੀ ਪੱਕੀ ਪ੍ਰੀਤੀ ਸੀ, ਪੱਕਾ ਯਕੀਨ ਕਰ ਲਿਆ ਹੈ। ਅਪਰ ਸਬਨ ਕੀ ਮਨਤਾ ਛੋਰੀ। ਹੋਰ ਜਿੰਨੇ ਵੱਡ ਵਡੇਰੇ ਸੀ ਦੇਵੀ ਦੇਵਤੇ ਸਾਰਿਆਂ ਦੀਆਂ ਮਨ ਮਨੌਤਾਂ ਇਹਨੇ ਛੱਡ ਦਿੱਤੀਆਂ ਹਨ। ਜੋ ਸਭ ਤਿਆਗ ਅਲੰਬ ਗੁਰੂ ਗਹਿ। ਹਾਂ, ਕਵੀ ਸੰਤੋਖ ਸਿੰਘ ਜੀ ਕਹਿੰਦੇ ਇਸੇ ਤਰ੍ਹਾਂ ਵੀ ਜਿਹੜਾ ਆਉਣ ਵਾਲੇ ਸਮੇਂ ਵਿੱਚ ਸਾਰਿਆਂ ਦਾ ਖਹਿੜਾ ਛੱਡ ਕੇ ਗੁਰੂ ਦਾ ਉਹ ਗ੍ਰਹਿ ਆਉਟ ਆਸਰਾ ਲੈ ਲਏਗਾ, ਪੱਲਾ ਫੜ ਲਏਗਾ। ਵਸਤ ਅਲੰਬ ਨਹੀਂ ਕੋ ਮਹਿ ਮਹਿ। ਹਾਂ, ਉਹਨੂੰ ਕਹਿੰਦੇ ਨਾ ਲੱਭਣ ਵਾਲੀ ਜਿਹੜੀ ਵਸਤੂ ਕੋਈ ਧਰਤੀ ਤੇ ਹੈ ਨਹੀਂ ਹੈ ਵੀ ਜਿਹੜੀ ਉਹਨੂੰ ਨਾ ਭੁੱਲੇ, ਜਿਹੜਾ ਗੁਰੂ ਮਹਾਰਾਜ ਦਾ ਪੱਲਾ ਪਕੜੇ, ਗੁਰੂ ਦਾ ਆਸਰਾ ਲੈ ਲਏ। ਸਿੰਘਾਂ ਉਪਲ ਇਸੀ ਪ੍ਰਕਾਰੇ। ਇਸ ਤਰ੍ਹਾਂ ਜਿਹੜਾ ਇਹ ਸਿੰਘਾਂ ਸਿੱਖ ਉਪਲ ਗੋਰਦਾ ਹੈ ਸੀ। ਭਇਓ ਸਿੱਖ ਸਤਿਗੁਰ ਮਤ ਧਾਰੇ। ਇਹਦੇ ਪੂਰਾ ਸਿੱਖ ਹੋ ਗਿਆ, ਸਤਿਗੁਰੂ ਦੀ ਜਿਹੜੀ ਮੱਤ ਹੈ ਸਿੱਖਿਆ ਇਹਨੇ ਧਾਰ ਲਈ। ਬਹੁਰੋ ਸ੍ਰੀ ਗੁਰ ਸ੍ਰੀ ਅੰਗਦ ਬਹੁ ਬਾਰੀ। ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਬਹੁਤ ਬਾਰੀ ਗੋਇੰਦਵਾਲ ਜਾਤ ਹਿਤ ਧਾਰੀ। ਬੜਾ ਪ੍ਰੇਮ ਧਾਰ ਕੇ ਆਪੇ ਹੀ ਸ੍ਰੀ ਗੋਇੰਦਵਾਲ ਸਾਹਿਬ ਚਲੇ ਜਾਂਦੇ। ਮਿਲਹਿ ਦਾਸ ਕੋ ਆਨੰਦ ਦੇਤ। ਹਾਂ, ਗੁਰੂ ਅਮਰਦਾਸ ਸਾਹਿਬ ਨੂੰ ਜਾ ਮਿਲਦੇ ਆ, ਆਨੰਦ ਦੀ ਬਖਸ਼ਿਸ਼ ਕਰਦੇ। ਰਹਿਰ ਰਹਿ ਕੈ ਜਾਏ ਨਿਕੇਤ। ਭਾਵੇਂ ਬਾਹਰ ਰਹਿਣ ਜਾਂ ਘਰੇ ਚਲੇ ਜਾਣ। ਇਸ ਪ੍ਰਕਾਰ ਕੁਛ ਸਮੋ ਬਿਤਾਏ। ਜਾਂ ਗੁਰੂ ਅੰਗਦ ਸਾਹਿਬ ਜੀ ਚੁਬਾਰਾ ਸਾਹਿਬ ਵਾਲੇ ਸਥਾਨ ਘਰ ਵਿੱਚ ਚਲੇ ਜਾਣ ਜਾਂ ਬਾਹਰ ਜਿੱਥੇ ਬੋਲੀ ਸਾਹਿਬ ਬਿਆਸਾਂ ਨਦੀ ਦਿਨਾਰੀ ਉੱਥੇ ਰਹਿਣ।
ਹਾਂ ਗੁਰੂ ਅੰਗਦ ਸਾਹਿਬ ਜੀ ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਨੰਦ ਖੁਸ਼ੀ ਦੀ ਬਖਸ਼ਿਸ਼ ਕਰਦੇ ਹਨ। ਜਗ ਮਹਿ ਮਗ ਸਿੱਖੀ ਪ੍ਰਗਟਾਇਬ। ਪਿਛਲੀ ਪੰਗਤੀ ਪੜ੍ਹ ਲਾ। ਇਸ ਪ੍ਰਕਾਰ ਕੁਛ ਸਮੋ ਬਤਾਇਬ। ਇਸ ਤਰ੍ਹਾਂ ਕਹਿੰਦੇ ਕੁਝ ਜਿਹੜਾ ਸਮਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਸੰਸਾਰ ਵਿੱਚ ਬਿਤਾਇਆ ਬਸਰ ਕੀਤਾ ਹੈ। ਜਗ ਮਹਿ ਮਗ ਸਿੱਖੀ ਪ੍ਰਗਟਾਇਬ। ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਜਿਹੜਾ ਭਉ ਭਗਤੀ ਦਾ ਰਸਤਾ ਹੈ, ਪ੍ਰੇਮ ਨਾਲ ਭਗਤੀ ਕਰਨੀ, ਇਹ ਪ੍ਰਗਟ ਕੀਤਾ ਹੈ। ਗਈ ਬਤੀਤ ਸਸੁਰ ਰਤ ਸਾਰੀ। ਜਿਹੜੀ ਸਿਸਰ ਰਤ ਸੀ ਨਾ ਪਰਚੜ ਰੁੱਤ ਸੀ, ਉਹ ਸਾਰੀ ਲੰਘ ਗਈ ਹੈ। ਸਭ ਥਲ ਭਾ ਬਸੰਤ ਗੁਲਜਾਰੀ। ਉਹ ਬਸੰਤ ਰੁੱਤ ਆਉਣ ਕਰਕੇ ਸਭ ਥਾਂ ਪਛੀ ਕਹਿੰਦੇ ਗੁਲਜਾਰੀ ਹੋ ਗਈ ਹੈ, ਖੜਾਵਟ ਹੋ ਗਈ ਫੁੱਲਾਂ ਦੀ। ਚੜਿਓ ਚੇਤ ਸਭ ਕੋ ਸੁਖ ਦੇਤ। ਉਹ ਮਾਂ ਕਹਿੰਦੇ ਬੀਤ ਗਿਆ, ਸਾਰਿਆਂ ਨੂੰ ਕਹਿੰਦੇ ਸੁਖ ਦੇਣ ਵਾਲਾ ਜਿਹੜਾ ਚੇਤ ਦਾ ਮਹੀਨਾ ਚੜ ਗਿਆ। ਨਹਿ ਅਤ ਸੀਤ ਨਾ ਉਸਮ ਤਪੇਤ। ਚੇਤ ਦੇ ਮਹੀਨੇ ਵਿੱਚ ਨਾ ਕਹਿੰਦੇ ਬਹੁਤੀ ਠੰਡ ਹੈ, ਨਾ ਬਹੁਤੀ ਕੋਈ ਗਰਮਾਇਸ਼ ਹੈ, ਤਪਸ਼ ਹੈ। ਵਿਕਸੇ ਕੁਸਮ ਅਨੇਕਨ ਰੰਗ। ਇਸ ਕਰਕੇ ਅਨੇਕਾਂ ਰੰਗਾਂ ਵਾਲੇ ਜਿਹੜੇ ਫੁੱਲ ਖਿੜ ਗਏ। ਅਤ ਸੁੰਦਰ ਅਤ ਸ਼ੋਭਾ ਸੁੰਦਰ ਸਰਬੰਗ। ਇਸ ਕਰਕੇ ਗੜੀ ਭਾਰੀ ਜਿਹੜੀ ਸਭ ਤਰ੍ਹਾਂ ਕਰਕੇ ਸੁੰਦਰ ਸ਼ੋਭਾ ਹੋ ਰਹੀ ਹੈ। ਇੱਧਰ ਉੱਧਰ ਫੁੱਲ ਖਿੜੇ ਹੋਏ ਦਿਸਦੇ ਬਾਗ ਬਗੀਚਿਆਂ ਵਿੱਚ। ਇਸ ਤਰ੍ਹਾਂ ਜਿਵੇਂ ਬਸੰਤ ਰੁੱਤ ਚੜ੍ਹੀ ਤੇ ਖੁਸ਼ੀ ਖੇੜਾ ਹਰ ਪਾਸੇ ਫੁੱਲਾਂ ਵਿੱਚ ਲੋਕਾਂ ਵਿੱਚ ਆਇਆ ਹੈ। ਉਹਦਾ ਕਵੀ ਜੀ ਨੇ ਬੜੇ ਸੋਹਣੇ ਢੰਗ ਨਾਲ ਹੀ ਵਰਣਨ ਕੀਤਾ ਹੈ। ਜੇ ਆਪਾਂ ਇਹ ਸਾਰਾ ਪੜ੍ਹ ਲਿਆ ਤੇ ਜਿੰਨਾ ਕੁ ਸਮਾਂ ਨਿਯਤ ਕੀਤਾ ਉੱਪਰ ਚਲਾ ਜਾਏਗਾ। ਇਸ ਕਰਕੇ ਬਸੰਤ ਰੁੱਤ ਦਾ ਜਿਵੇਂ ਖੇੜਾ ਹੋਇਆ, ਇਸ ਤਰ੍ਹਾਂ ਹੀ ਜਿਹੜੇ ਤਰ੍ਹਾਂ ਤਰ੍ਹਾਂ ਦੇ ਖੁਸ਼ੀ ਵਿੱਚ ਪੰਛੀ ਬੋਲ ਰਹੇ ਬਸੰਤ ਰੁੱਤ ਵਿੱਚ, ਉਹਦਾ ਵਰਣਨ ਕਵੀ ਜੀ ਕਵੀ ਛੰਦਾਬੰਦੀ ਵਿੱਚ ਕਰਨਗੇ। ਉਹ ਕੱਲ੍ਹ ਦੇ ਦੀਵਾਨ ਵਿੱਚ ਹੀ ਆਪਾਂ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਚੜਿਓ ਚੇਤ ਸਭ ਕੋ ਸੁਖ ਦੇਤ। ਨਹਿ ਅਤ ਸੀਤ ਨਾ ਉਸਮ ਤਪੇਤ। ਵਿਕਸੇ ਕੁਸਮ ਅਨੇਕਨ ਰੰਗ। ਅਤ ਸ਼ੋਭਾ ਸੁੰਦਰ ਸਰਬੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।